ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਗੁਰਦੁਆਰਾ ਸ਼੍ਰੀ ਕੇਸਗੜ੍ਹ ਸਾਹਿਬ 'ਚ ਹੋਈ ਘਟਨਾ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਰੋਸ ਪ੍ਰਗਟ। ਦਿੱਲੀ ਵਿਖੇ ਹੋਣ ਵਾਲੇ ਪ੍ਰਦਰਸ਼ਨ ਲਈ ਸ਼੍ਰੋਮਣੀ ਅਕਾਲੀ ਦਲ ਦਾ ਜਥਾ ਪੰਜਾਬ ਦੀਆਂ ਜਗ੍ਹਾ ਤੋਂ ਹੋਇਆ ਰਵਾਨਾ। ਨਾਭਾ 'ਚ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਤੇ ਹੋਇਆ ਜਾਨਲੇਵਾ ਹਮਲਾ, ਚੱਲੀਆਂ ਗੋਲੀਆਂ, ਇੱਕ ਜ਼ਖਮੀ। ਪੰਜਾਬ ਵਿੱਚ ਹਾਈ ਅਲਰਟ ਤੋਂ ਬਾਅਦ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਗਏ ਮਜ਼ਬੂਤ। ਅਤੇ ਅੰਮ੍ਰਿਤਸਰ ਦੇ ਸੀਮਾ ਖੇਤਰ 'ਚ 3 ਆਤੰਕਵਾਦੀ ਕੀਤੇ ਗ੍ਰਿਫਤਾਰ। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ ਅੱਜ ਦੇਰ ਸ਼ਾਮ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ, ਜਿੱਥੇ ਉਹਨਾਂ ਨੇ 10 ਮੁੱਖ ਚੌਂਕਾਂ ਤੇ ਵੱਡੀਆਂ ਸਟਰੀਟ ਲਾਈਟਾਂ ਦਾ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਰਾਣਾ KP ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਹੋਈ ਬੇਅਦਬੀ ਦੀ ਘਟਨਾ ਤੇ ਗਹਿਰਾ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਮੰਗ ਕੀਤੀ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਅੱਜ ਅਸੀਂ ਸ਼ਹਿਰ ਦੇ ਵਿੱਚ ਬਹੁਤ ਸਾਰੇ ਕੰਮ ਜਿਹੜੇ ਆ ਸ਼ਹਿਰ ਦੇ ਵਿੱਚ ਅਸੀਂ ਸਮੇਂ ਸਿਰ ਸ਼ੁਰੂ ਕੀਤੇ ਆ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਸੀਵਰੇਜ ਦਾ ਨੀਂਹ ਪੱਥਰ ਰੱਖਿਆ ਹੈ। ਬੜਾ ਪੁਰਾਣਾ ਸੀਵਰੇਜ ਸਿਸਟਮ ਹੋ ਗਿਆ ਸੀ। ਸਾਡੀ ਇਹ ਪਵਿੱਤਰ ਨਗਰੀ ਹੈ ਅਨੰਦਪੁਰ ਸਾਹਿਬ, ਤੇ ਬਹੁਤ ਵੱਡੀ ਇੱਕ ਇੱਥੇ ਧਰਮਸ਼ਾਲਾ ਦਾ ਨੀਂਹ ਪੱਥਰ ਹੁਣ ਅਸੀਂ ਰੱਖਿਆ। ਤੁਸੀਂ ਸਾਰੇ ਉੱਥੇ ਸੀ, ਜਿਹਦੇ ਤੇ ਕਮ ਸੇ ਕਮ ਅਸੀਂ 50 ਲੱਖ ਰੁਪਈਆ ਲਾਵਾਂਗੇ। ਵੱਡੀ ਗਿਣਤੀ ਜਿੱਥੇ ਯਾਤਰੂ ਵੀ, ਸਾਡੇ ਲੋਕਲ ਲੋਕ ਵੀ ਠਹਿਰ ਸਕਣਗੇ, ਉਹਦਾ ਲਾਭ ਉਠਾਉਣਗੇ। ਇਸੇ ਢੰਗ ਨਾਲ ਆ ਜਿਹੜੀਆਂ ਮਾਸਕ ਲਾਈਟਾਂ ਹੈ ਇਹ ਲਾ ਕੇ ਸ਼ਹਿਰ ਦੇ ਕਰੀਬ 10 ਵੱਡੇ ਚੌਂਕ ਹੈ ਜਿਹੜੇ, ਉਹਨਾਂ ਦੇ ਵਿੱਚ ਮਾਸਕ ਲਾਈਟਾਂ ਦਾ ਅੱਜ ਅਸੀਂ ਉਦਘਾਟਨ ਕੀਤਾ ਹੈ। ਕਿਉਂਕਿ ਰਾਤ ਬਰਾਤੇ ਵੀ ਯਾਤਰੂ ਬਾਹਰੋਂ ਆਉਂਦੇ ਆ ਸ਼ਹਿਰ 'ਚ, ਉਹਨਾਂ ਨੇ ਤੁਰਨਾ ਫਿਰਨਾ ਵੀ ਹੁੰਦਾ ਹੈ। ਬਾਹਰੋਂ ਆਏ ਲੋਕਾਂ ਨੂੰ ਔਰ ਸਾਡੀ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ, ਇਹ ਵੱਡਾ ਕਦਮ ਅੱਜ ਸਾਡੀ ਮਿਊਨਿਸਪਲ ਕਮੇਟੀ ਨੇ ਚੱਕਿਆ। ਸੋ ਮੈਂ ਕਮੇਟੀ ਦੇ ਸਾਰੇ ਉਹਦੇ ਨਾਲ ਜੁੜੇ ਜਿਹੜੇ ਅਫਸਰ ਹੈ ਉਹਨਾਂ ਸਾਰਿਆਂ ਨੂੰ ਵਧਾਈ ਵੀ ਦਿੰਦਾ, ਉਹਨਾਂ ਦਾ ਧੰਨਵਾਦ ਵੀ ਕਰਦਾ। ਦੇਖੋ, ਇਹ ਬਹੁਤ ਹੀ ਕਸ਼ਟਦਾਇਕ ਹੈ, ਮਨ ਨੂੰ ਪੀੜਾ ਹੁੰਦੀ ਹੈ। ਇਹ ਜਿਹੜੀ ਘਟਨਾ ਤਖਤ ਸਾਹਿਬ ਤੇ ਹੋਈ ਹੈ ਇਹ ਹਰਗਿਜ਼ ਹੋਣੀ ਨਹੀਂ ਸੀ ਚਾਹੀਦੀ, ਔਰ ਇਹਦੀ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਬੜੀ ਸਖਤ ਹਦਾਇਤ ਕੀਤੀ ਹੈ ਕਿ ਇਹਦੀ ਤਹਿ ਤੱਕ ਜਾਓ। ਦੇਖੋ, ਇਹ ਜਿਹੜਾ ਬੰਦਾ ਹੈ ਜਿਹੜਾ ਪਕੜਿਆ ਗਿਆ, ਇਹਦਾ ਪਿਛੋਕੜ ਕੀ ਹੈ, ਇਹਦਾ ਕਿੱਥੇ ਲਿੰਕ ਹੈ। ਕੁਛ ਅੱਜ ਅਖਬਾਰਾਂ 'ਚ ਪੜ੍ਹਿਆ ਥਾ, ਸ਼ਾਇਦ ਇਹਨੇ ਰਾਜਗੀਰੀ ਪਿੰਡ ਵਿੱਚ ਵੀ ਕੁਛ ਬਦਮਗਜ਼ੀ ਕੀਤੀ ਸੀ। ਜੇ ਕੀਤੀ ਸੀ ਤਾਂ ਇਹਦੀ ਉਦੋਂ ਕਿਹਨੇ ਮਦਦ ਕੀਤੀ ਹੈ, ਕਿਹਨੇ ਇਹਦੀ ਜ਼ਮਾਨਤ ਕਰਾਈ ਹੈ, ਕੌਣ ਇਹਦੇ ਪਿੱਛੇ ਰਹੇ ਹੈ। ਅਸੀਂ ਇਹ ਬੜੇ ਸਖਤ ਨਿਰਦੇਸ਼ ਔਰ ਸਪਸ਼ਟ ਨਿਰਦੇਸ਼ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਦਿੱਤੇ ਹੈ ਕਿ ਇਹਦਾ ਪਤਾ ਕਰੋ ਔਰ ਇਹਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਹੈ ਉਹ ਦਿੱਤੀ ਜਾਏ। ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿਸ ਦੇ ਚਲਦਿਆਂ ਰੂਪਨਗਰ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਦੀ ਅਗਵਾਈ ਵਿੱਚ 3 ਰੋਜ਼ਗਾਰ ਮੇਲੇ ਲਗਾਏ ਗਏ ਤੇ ਅੱਜ ਦੇ ਰੋਜ਼ਗਾਰ ਮੇਲੇ ਵਿੱਚ 2423 ਨੌਜਵਾਨਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 1705 ਨੌਜਵਾਨਾਂ ਦੀ ਚੋਣ ਕੀਤੀ ਗਈ। ਆਪਣਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ, ਕਿੰਨਵਾਂ ਰੋਜ਼ਗਾਰ ਮੇਲਾ ਤੇ ਕਿਹੜੀ ਕੰਪਨੀਆਂ ਇਸ ਦੇ ਵਿੱਚ, ਕਿੰਨੀਆਂ ਕੰਪਨੀਆਂ ਸ਼ਾਮਲ ਨੇ? ਰੂਪਨਗਰ ਜ਼ਿਲ੍ਹੇ ਦਾ ਅੱਜ ਤੀਸਰਾ ਰੋਜ਼ਗਾਰ ਮੇਲਾ ਹੈ। ਅੱਜ 27 ਕੰਪਨੀਆਂ ਆਈਆਂ ਹੋਈਆਂ ਹੈ। 27 ਕੰਪਨੀਆਂ ਤੋਂ ਇਲਾਵਾ 14 ਜਿਹੜੇ ਆ ਸਵੈ ਰੋਜ਼ਗਾਰ ਕਾਊਂਟਰ ਲੱਗੇ ਹੋਏ ਨੇ। ਬੈਂਕਾਂ ਦੇ ਵੀ ਕਾਊਂਟਰ 3 ਲੱਗੇ ਹੋਏ ਨੇ। ਜੇ ਬੱਚੇ ਕਿਸੇ ਨੇ ਲੋਨ ਲੈਣਾ ਵਾ, ਲੋਨ ਫੈਸਿਲਿਟੀ ਲਈ, ਉਹਦੇ ਵਾਸਤੇ ਬੈਂਕ ਜਿਹੜੇ ਨੇ ਉਹਨਾਂ ਬੱਚਿਆਂ ਨੂੰ ਗਾਈਡ ਕਰ ਰਹੇ ਨੇ। ਅੱਜ 27 ਕੰਪਨੀਆਂ ਆਈਆਂ ਹੋਈਆਂ ਨੇ ਜੀ, ਅਲੱਗ-ਅਲੱਗ ਕੰਪਨੀਆਂ ਨੇ। ਬੱਚੇ ਤੁਸੀਂ ਦੇਖੋ ਅੱਜ ਹਜ਼ਾਰਾਂ ਦੀ ਗਿਣਤੀ 'ਚ ਬੱਚੇ ਨੇ। ਬੱਚਿਆਂ 'ਚ ਬਹੁਤ ਉਤਸ਼ਾਹ ਵਾ। ਸਾਨੂੰ ਵੀ ਬੜੀ ਖੁਸ਼ੀ ਆ ਵੀ ਪੰਜਾਬ ਸਰਕਾਰ ਜਿਸ ਮੋਟਿਵ ਨੂੰ ਲੈ ਕੇ ਚੱਲੀ ਆ, ਬੱਚਿਆਂ ਤੱਕ ਉਹ ਗੱਲ ਪਹੁੰਚ ਰਹੀ ਹੈ ਤੇ ਬੱਚਿਆਂ 'ਚ ਉਤਸ਼ਾਹ ਵਾ। ਅਸੀਂ ਕੋਸ਼ਿਸ਼ ਕਰਾਂਗੇ ਵੀ ਅੱਜ ਮੈਕਸਿਮਮ ਬੱਚੇ ਜਿਹੜੇ ਆਪਣੇ ਆ ਉਹ ਇੰਪਲਾਇਡ ਹੋ ਜਾਣ। ਇੰਪਲਾਇਡ ਹੋਣਗੇ ਸਾਨੂੰ ਉਸ ਚੀਜ਼ ਦਾ ਬੈਨੀਫਿਟ ਵਾ। ਕਈ ਬੱਚੇ ਜਿਹੜੇ ਆ ਉਹ ਜ਼ਿਆਦਾ ਯੋਗਤਾ ਵਾਲੇ ਨੇ, ਬਹੁਤ ਜ਼ਿਆਦਾ। ਉਹਨਾਂ ਲਈ ਕਈ ਵਾਰੀ ਕੰਪਨੀਆਂ ਨਹੀਂ ਅਸੀਂ ਹੁੰਦੀਆਂ, ਕਿਉਂਕਿ ਉਹਨਾਂ ਬੱਚੇ ਰੇਅਰ ਬੱਚੇ ਹੁੰਦੇ ਨੇ। ਉਹਨਾਂ ਲਈ ਅਸੀਂ ਵੱਖਰੇ ਤੌਰ 'ਤੇ ਕੈਂਪ ਜਿਹੜੇ ਆਫਿਸ ਦੇ ਵਿੱਚ ਲਗਾਏ ਜਾ ਰਹੇ ਨੇ। 17 ਸਤੰਬਰ ਨੂੰ ਅਕਾਲੀ ਦਲ ਬਾਦਲ ਨੇ ਦਿੱਲੀ ਵਿੱਚ ਕਿਸਾਨੀ ਬਿੱਲਾਂ ਨੂੰ ਲੈ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਨਾ ਸੀ, ਪਰ ਕੇਂਦਰ ਸਰਕਾਰ ਨੇ ਰੋਸ ਪ੍ਰਦਰਸ਼ਨ ਕਰਨ ਦੀ ਆਗਿਆ ਨਹੀਂ ਦਿੱਤੀ। ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਡਾਕਟਰ ਦਰਜੀਤ ਸਿੰਘ ਚੀਮਾ ਨੇ ਕਿਹਾ ਕਿ
ਕੇਂਦਰ ਦਾ ਇਹ ਫੈਸਲਾ ਮੰਦਭਾਗਾ ਹੈ ਤੇ ਉਹ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲੇ ਸਨ, ਪਰ ਕੇਂਦਰ ਸਰਕਾਰ ਨੂੰ ਉਹ ਵੀ ਮਨਜ਼ੂਰ ਨਾ ਹੋਇਆ। ਮੈਂ ਕੇਂਦਰ ਸਰਕਾਰ ਦੇ, ਦਿੱਲੀ ਸਰਕਾਰ ਦੀ ਤੇ ਦਿੱਲੀ ਪੁਲਿਸ ਦੇ ਇਸ ਫੈਸਲੇ ਦੀ ਸਖਤ ਲਫ਼ਜ਼ਾਂ ਦੇ ਵਿੱਚ ਨਿਖੇਧੀ ਕਰਦਾ ਕਿ ਉਹਨਾਂ ਨੇ ਕੱਲ ਦਾ ਜਿਹੜਾ ਸਾਡਾ ਪ੍ਰੋਟੈਸਟ ਮਾਰਚ ਹੈ ਇਹਦੀ ਪਰਮਿਸ਼ਨ ਜਿਹੜੀ ਹੈ ਉਹ ਵੀ ਨਹੀਂ ਦਿੱਤੀ। ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਸ਼ਾਂਤਮਈ ਮਾਰਚ ਨੂੰ ਪ੍ਰਵਾਨਗੀ ਨਾ ਦੇਣਾ ਬਹੁਤ ਹੀ ਅਨਡੈਮੋਕ੍ਰੈਟਿਕ ਸਟੈਪ ਹੈ। 1 ਸਾਲ ਹੋ ਗਿਆ ਲੋਕਾਂ ਨੂੰ ਸੰਘਰਸ਼ ਕਰਦਿਆਂ ਨੂੰ, ਕਿਸਾਨਾਂ ਨੂੰ ਸੰਘਰਸ਼ ਕਰਦਿਆਂ ਨੂੰ। ਅਸੀਂ ਸਰਕਾਰ ਨੂੰ ਜਗਾਉਣ ਵਾਸਤੇ ਗੁਰੂ ਘਰ ਤੋਂ ਅਰਦਾਸ ਕਰਕੇ ਪਾਰਲੀਮੈਂਟ ਤੱਕ ਜਾਣਾ ਚਾਹੁੰਦੇ ਹਾਂ। ਜੇ ਆਜ਼ਾਦ ਦੇਸ਼ ਦੇ ਵਿੱਚ ਇਹ ਵੀ ਨਹੀਂ ਹੋ ਸਕਦਾ ਤਾਂ ਹੋਰ ਫਿਰ ਕੀ ਪੋਸੀਬਲ। ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ ਮਾਰਚ ਅਵੱਸ਼ ਹੋਏਗਾ, ਸ਼ਾਂਤਮਈ ਹੋਏਗਾ ਔਰ ਤੁਹਾਨੂੰ ਇਸ ਤਰ੍ਹਾਂ ਦੀਆਂ ਪਾਬੰਦੀਆਂ ਇਹਦੇ ਉੱਤੇ ਨਹੀਂ ਲਾਉਣੀਆਂ ਚਾਹੀਦੀਆਂ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿੱਚ ਹੋਈ ਸਿਗਰਟ ਵਾਲੀ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਉਹਨਾਂ ਕੇਂਦਰ ਸਰਕਾਰ ਅੱਗੇ ਮੰਗ ਕੀਤੀ ਕਿ ਡੇਰਾ ਸਿਰਸਾ ਦੀਆਂ ਗਤੀਵਿਧੀਆਂ ਨੂੰ ਬੈਨ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਬੇਅਦਬੀ ਵਿੱਚ ਕਿਤੇ ਨਾ ਕਿਤੇ ਡੇਰਾ ਸਿਰਸਾ ਵੀ ਸ਼ਾਮਿਲ ਹੈ। ਇਸ ਤੋਂ ਵੱਧ ਮੰਦਭਾਗੀ ਘਟਨਾ ਕੋਈ ਹੋ ਨਹੀਂ ਸਕਦੀ ਜੀ। ਸਾਰੀ ਜਾਣਕਾਰੀ ਲਈ ਹੈ, ਪ੍ਰਬੰਧਕਾਂ ਤੋਂ ਵੀ ਲਈ ਹੈ, ਜਿਹੜੇ ਸਿੰਘ ਇੱਥੇ ਬੈਠੇ ਨੇ ਉਹਨਾਂ ਤੋਂ ਵੀ ਜਾਣਕਾਰੀ ਲਈ ਹੈ ਔਰ ਪੁਲਿਸ ਦੇ ਅਧਿਕਾਰੀਆਂ ਨੇ ਵੀ ਜਾਣਕਾਰੀ ਦਿੱਤੀ ਹੈ। ਇਉਂ ਲੱਗਦਾ ਹੈ ਕਿ ਇਹ ਜਿਹੜਾ ਉਹਨੇ ਘਟਨਾ ਨੂੰ ਅੰਜਾਮ ਦਿੱਤਾ ਹੈ ਇਹ ਵੈਲ ਪਲੈਨਡ ਹੈ ਔਰ ਬਹੁਤ ਲੰਬੀ ਚੌੜੀ ਪਲੈਨਡ ਹੈ ਔਰ ਇਹਦੇ ਵਿੱਚ ਜਿਹੜਾ ਹੈਗਾ ਸਾਨੂੰ ਸ਼ੱਕ ਹੈ ਕਿ ਡੇਰਾ ਜਿਹੜਾ ਹੈ ਉਹ ਇਨਵੋਲਵ ਹੋ ਸਕਦਾ ਹੈ। ਪੁਲਿਸ ਨੇ ਦੱਸਣਾ ਕਿ ਤੱਥ ਜਿਹੜੇ ਆ ਉਹ ਕੀ ਕਹਿੰਦੇ ਜਾਂ ਕੀ ਨਹੀਂ ਕਹਿੰਦੇ। ਪੰਜਾਬ ਦੇ ਸ਼ਾਂਤ ਪਾਣੀਆਂ ਨੂੰ ਇਹ ਇੱਕ ਲਾਂਬੂ ਲਾਉਣ ਦਾ ਕੋਝਾ ਯਤਨ ਜਿਹੜਾ ਕੀਤਾ ਗਿਆ, ਭਾਵੇਂ UAPA ਲਾ ਦਿੱਤੀ ਹੈ ਉਸ ਦੁਸ਼ਟ ਬੰਦੇ ਤੇ। ਕਿਸੇ ਸਮੇਂ ਸਾਡੀਆਂ ਸਿੱਖ ਯੂਥ ਜਿਹੜੀਆਂ ਸਾਡੀਆਂ ਫੈਡਰੇਸ਼ਨਾਂ ਸੀ, ਸਿੱਖ ਸਟੂਡੈਂਟ ਫੈਡਰੇਸ਼ਨਾਂ, ਸਿੱਖ ਸਟੂਡੈਂਟ ਫੈਡਰੇਸ਼ਨ ਤੇ ਗਵਰਨਮੈਂਟ ਨੇ ਪਾਬੰਦੀ ਲਾਈ ਸੀ ਕਿ ਇਹ ਮੁਲਕ ਦਾ ਮਾਹੌਲ ਖਰਾਬ ਕਰਦੀ ਹੈ ਤੇ ਸਾਡੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਉੱਤੇ ਤਾਂ ਪਾਬੰਦੀ ਲਾਤੀ ਸੀ ਉਸ ਵੇਲੇ ਸਰਕਾਰ ਨੇ। ਤੇ ਇਹ ਸੌਦਾ ਸਾਧ ਵੀ ਜਿਹੜਾ ਹੈ ਉਹ ਮੁਲਕ ਦਾ ਮਾਹੌਲ ਖਰਾਬ ਹੀ ਕਰ ਰਿਹਾ। ਇਸ ਕਰਕੇ ਕੇਂਦਰ ਸਰਕਾਰ ਨੂੰ ਅਸੀਂ ਸਮੁੱਚੇ ਸਿੱਖ ਜਗਤ ਵੱਲੋਂ ਇਹ ਠੋਕ ਵਜਾ ਕੇ ਕਹਾਂਗੇ ਕਿ ਇਸ ਸੈਕਟ ਦੇ ਉੱਤੇ ਪੂਰੇ ਤੌਰ ਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ, ਬੈਨ ਹੋਣਾ ਚਾਹੀਦਾ ਹੈ ਇਹ, ਕਿਉਂਕਿ ਇੱਥੇ ਜਿਹੜੇ ਸ਼ਰਧਾਲੂ ਹੈ ਉਹਨਾਂ ਨੂੰ ਇਹੋ ਕੁਝ ਜਿਹੜਾ ਉਹ ਸਿਖਾਇਆ ਜਾਂਦਾ ਹੈ। ਕਿਉਂਕਿ ਜਿੰਨੀਆਂ ਵੀ ਵੱਡੀਏ ਜਿਹੜੇ ਬੇਅਦਬੀ ਦੇ ਕਾਂਡ ਹੋਏ ਨੇ ਉਹਨਾਂ ਦੇ ਵਿੱਚ ਇਹਨਾਂ ਦੇ ਅਨੁਯਾਈ ਕਿਉਂ ਫੜੇ ਗਏ ਨੇ, ਇਹ ਵੱਡਾ ਸਵਾਲ ਹੈ ਸਾਡਾ। ਜਿਹੜੇ ਇਸ ਸੌਦੇ ਸਾਧ ਨੂੰ ਛੱਡ ਗਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ, ਤੇ ਜਿਹੜੇ ਅਜੇ ਵੀ ਪੱਕੇ ਤੌਰ ਤੇ ਇਹਦੇ ਨਾਲ ਜੁੜੇ ਹੋਏ ਨੇ ਕਿਤੇ ਨਾ ਕਿਤੇ ਇਹਨਾਂ ਦੇ ਮਾਈਂਡ ਦੇ ਵਿੱਚ ਗੰਦਗੀ ਜਿਹੜੀ ਹੈ ਭਰੀ ਹੋਈ ਹੈ, ਜਿਸ ਕਰਕੇ ਇਹ ਲੋਕ ਜਿਹੜੇ ਆ ਐਡੀਆਂ ਘਿਨਾਉਣੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਆ। ਤੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਇਹੋ ਕਹਾਂਗੇ, ਆਦੇਸ਼ ਦੇਵਾਂਗੇ ਕਿ ਪ੍ਰਬੰਧ ਜਿਹੜੇ ਆ ਅੱਗੇ ਨਾਲੋਂ ਹੋਰ ਚੁਸਤ ਦਰੁਸਤ ਕੀਤੇ ਜਾਣ ਤਾਂ ਕਿ ਮੁੜ ਕੇ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਉਹ ਭਵਿੱਖ ਦੇ ਵਿੱਚ ਨਾ ਵਾਪਰਨ। ਵਿਦਵਾਨਾਂ ਦੇ ਸੁਝਾਅ ਜਿਹੜੇ ਆ ਉਹ ਵੀ ਲਏ ਜਾ ਸਕਦੇ ਨੇ ਕਿ ਕੀ ਹੋ ਸਕਦਾ ਹੈ, ਚਿੰਤਕਾਂ ਦੇ ਸੁਝਾਅ ਲਏ ਜਾ ਸਕਦੇ ਨੇ, ਸੰਗਤ ਦੇ ਸੁਝਾਅ ਲਏ ਜਾ ਸਕਦੇ ਨੇ। ਸਾਡੇ ਕੋਲ ਜਿਹੜੇ ਸੁਝਾਅ ਆ ਉਹ ਵੀ ਅਸੀਂ SGPC ਨੂੰ ਭੇਜਾਂਗੇ ਤੇ SGPC ਆਪਣੇ ਲੈਵਲ ਦੇ ਉੱਤੇ ਵੀ ਵਿਦਵਾਨਾਂ ਚਿੰਤਕਾਂ ਦੇ ਸੁਝਾਅ ਲੈ ਕੇ ਅਜਿਹਾ ਪ੍ਰਬੰਧ ਕਰੇ ਠੋਸ ਕਿ ਮੁੜ ਕੇ ਇਹੋ ਜਿਹੀਆਂ ਘਿਨਾਉਣੀਆਂ ਘਟਨਾਵਾਂ ਜਿਹੜੀਆਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਨਾ ਵਾਪਰਨ। ਦੋਸ਼ੀ ਜਿਹੜਾ ਹੈ ਉਹ ਪਹਿਲਾਂ ਹੀ ਜਿਹੜਾ ਹੈ ਉਹ ਮੌਕੇ ਦੇ ਉੱਤੇ ਇਹੋ ਜਿਹੀ ਕੋਈ ਗਲਤ ਚੀਜ਼ ਜਿਹੜੀ ਆ ਅੰਦਰ ਲਿਜਾਂਦਾ ਉਹ ਫੜਿਆ ਜਾ ਸਕੇ। ਇਹ ਅਸੀਂ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਾ। ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਉਵੇਂ ਸਰਹੱਦੀ ਖੇਤਰਾਂ ਵਿੱਚ ਅੱਤਵਾਦੀਆਂ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਅੱਜ ਅੰਮ੍ਰਿਤਸਰ ਬਾਰਡਰ ਖੇਤਰ ਵਿੱਚ ਪੁਲਿਸ ਨੇ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹਨਾਂ ਤਿੰਨਾਂ ਨੂੰ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਹਨਾਂ ਨੂੰ 4 ਦਿਨਾਂ ਲਈ ਹਿਰਾਸਤ ਵਿੱਚ ਭੇਜ ਦਿੱਤਾ ਗਿਆ। पुलिस का कहना है कि रिमांड दौरान कई बड़े खुलासे होने की भी उम्मीद है। इंस्पेक्टर मोहित सर कितने दिन की रिमांड मिली है? 4 दिन का पुलिस रिमांड मिला। सर इनके बारे में क्या कोई IAS से कोई संबंधित तो नहीं है? अब इन्वेस्टिगेशन चल रही है, जैसे भी अगर आगे फैक्ट्स आएंगे वो आपके साथ शेयर करेंगे। थैंक यू सो मच।
ਜ਼ਿਲ੍ਹਾ ਰੂਪਨਗਰ ਦੇ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਪ੍ਰੇਮ ਵਿਆਹ ਨੂੰ ਲੈ ਕੇ ਇੱਕ ਵੱਡੀ ਵਾਰਦਾਤ ਸਾਹਮਣੇ ਆਈ, ਜਿਸ ਦੇ ਵਿੱਚ 2 ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਦਾ ਉਸਦੇ ਹੀ ਸਾਲੇ ਵੱਲੋਂ ਕੁਹਾੜੇ ਨਾਲ ਗਰਦਨ ਵੱਢ ਕੇ ਕਤਲ ਕਰ ਦਿੱਤਾ ਗਿਆ। ਸਾਲੇ ਵੱਲੋਂ ਆਪਣੇ ਜੀਜੇ ਦੇ ਘਰ ਵਿੱਚ ਹੀ ਪਹੁੰਚ ਕੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਤਲ ਹੋਏ ਨੌਜਵਾਨ ਦਾ ਨਾਮ ਲਖਵੀਰ ਦਾਸ ਵਾਸੀ ਮਾਲੇਵਾਲ ਜ਼ਿਲ੍ਹਾ ਰੂਪਨਗਰ ਵਾਸੀ ਹੈ। ਗੁਰਦਾਸਪੁਰ ਪੁਲਿਸ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਪੁਲਿਸ ਦੇ ਦੁਆਰਾ ਲਗਾਤਾਰ ਹੀ ਆਤੰਕੀ ਗਤੀਵਿਧੀਆਂ ਦਾ ਪਰਦਾਫਾਸ਼ ਕੀਤਾ ਜਾ ਰਿਹਾ ਤੇ ਬੀਤੇ ਦਿਨੀ ਤੇਲ ਦੇ ਟੈਂਕਰ ਨੂੰ ਟਿਫਨ ਬੰਬ ਦੇ ਨਾਲ ਉਡਾਉਣ ਦੀ ਕੋਸ਼ਿਸ਼ ਵਿੱਚ ਫੜੇ ਗਏ ਵਿਅਕਤੀਆਂ ਦੇ ਮਨਸੂਬਿਆਂ ਨੂੰ ਦੇਖਦੇ ਹੋਏ ਪੰਜਾਬ ਨੂੰ ਹਾਈ ਅਲਰਟ ਤੇ ਕੀਤਾ ਗਿਆ ਹੈ, ਜਿਸ ਦੇ ਚੱਲਦੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੁਰੱਖਿਆ ਦੇ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਕੱਲ ਸੀਐਮ ਸਾਹਿਬ ਵੱਲੋਂ ਡਿਕਲੇਅਰ ਕੀਤਾ ਗਿਆ ਪੂਰੀ ਪੰਜਾਬ ਸਟੇਟ 'ਚ ਹਾਈ ਅਲਰਟ। ਟਿਫਿਨ ਬੰਬ ਵੀ ਮਿਲੇ ਨੇ, ਕੋਇਲ ਟੈਂਕਰ ਐਕਸਪਲੋਜਨ 'ਚ ਵੀ ਬੰਦੇ ਫੜੇ ਗਏ ਨੇ। ਸੋ ਉਹਦੇ ਵਿੱਚ ਸਾਡੇ ਜਿਹੜੇ ਰੈੱਡ ਅਲਰਟ ਦੇ ਨਾਕੇ ਨੇ ਉਹ ਪੋਜੀਸ਼ਨ ਕੀਤੇ ਗਏ ਨੇ। ਪਲੱਸ ਜਿਹੜਾ ਸਾਡਾ ਬਾਰਡਰ ਦਾ ਏਰੀਆ 3 ਪੁਲਿਸ ਸਟੇਸ਼ਨ ਆਉਂਦੇ ਉਹਦੇ 'ਚ ਦੁਰੰਗਲਾ, ਬਹਿਰਾਮਪੁਰ ਤੇ ਕਲਾਨੌਰ, ਉਹਨਾਂ ਵਿੱਚ ਵੀ ਸਖਤੀ ਵਧਾਈ ਗਈ ਹੈ। ਅੱਜ ਮੇਰਾ ਦੁਰੰਗਲਾ ਥਾਣੇ ਦਾ ਵੀ ਵਿਜ਼ਿਟ ਹੈ। ਉੱਥੇ ਅਸੀਂ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ। ਉਹ ਵਿਲੇਜ ਡਿਫੈਂਸ ਕਮੇਟੀਆਂ ਨੂੰ ਅਸੀਂ ਐਕਟੀਵੇਟ ਕਰ ਰਹੇ ਹਾਂ ਤਾਂ ਕਿ ਕੋਈ ਵੀ ਇਹੋ ਜਿਹੀ ਜਿਹੜੀ ਸਸਪੀਸ਼ੀਅਸ ਐਕਟੀਵਿਟੀ ਜਾਂ ਸਸਪੀਸ਼ੀਅਸ ਮੂਵਮੈਂਟ ਦਿਸਦੀ ਹੈ ਉਹਦੇ ਬਾਰੇ ਜਲਦੀ ਤੋਂ ਜਲਦੀ ਰਿਪੋਰਟ ਕੀਤਾ ਜਾਵੇ। ਲੋਕਾਂ ਨੂੰ ਸਰ ਕੀ ਸੰਦੇਸ਼ ਦੇਣਾ ਚਾਹੋਗੇ, ਜ਼ਿਲ੍ਹਾ ਵਾਸੀਆਂ ਨੂੰ ਖਾਸ ਕਰ? ਲੋਕਾਂ ਨੂੰ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਅਨਕਲੇਮਡ ਕੋਈ ਵੀ ਚੀਜ਼ ਜਾਂ ਕੋਈ ਲਵਾਰਿਸ ਵਸਤੂ ਮਿਲਦੀ ਹੈ ਤੇ ਉਹਦੇ ਬਾਰੇ 112 ਨੰਬਰ ਤੇ ਕਾਲ ਕਰਕੇ ਦੱਸਣ। ਆਪ ਉਹਨੂੰ ਟੱਚ ਨਾ ਕਰਨ, ਨਾਲ ਦੀ ਨਾਲ ਪੁਲਿਸ ਨੂੰ ਇਨਫੋਰਮ ਕਰਨ ਤਾਂ ਕਿ ਉਹਨੂੰ ਐਜ਼ ਪਰ ਪ੍ਰੋਟੋਕਾਲ ਡਿਸਪੋਜ਼ ਆਫ ਕੀਤਾ ਜਾ ਸਕੇ। ਕਿੰਨੀਆਂ ਟੀਮਾਂ ਸਰ ਹੁਣ ਤੱਕ ਜਿਹੜੀਆਂ ਲਗਾ ਚੁੱਕੇ ਹੋ ਤੁਸੀਂ? ਸਾਡੇ ਮੋਰ ਦੈਨ 25 ਨਾਕੇ ਚੱਲ ਰਹੇ ਨੇ ਤੇ ਜਿਹੜੀਆਂ ਪੈਟਰੋਲਿੰਗ ਨੇ ਉਹ ਮੋਰ ਦੈਨ 30 ਨੇ। ਤੇ ਇਸ ਤੋਂ ਇਲਾਵਾ ਜਿਹੜੀਆਂ ਸਾਡੇ ਵਿਲੇਜ ਡਿਫੈਂਸ ਕਮੇਟੀਆਂ ਨੇ ਉਹ ਅੱਜ ਇੱਕ ਥਾਣੇ ਦੀ ਮੈਂ ਮੀਟਿੰਗ ਕਰਨ ਲੱਗਾ ਜਿਹੜੀ ਕਿ 15 ਟੋਟਲ ਜਿਹੜੀਆਂ ਅਸੀਂ ਐਕਟੀਵੇਟ ਕਰ ਰਹੇ ਹਾਂ ਉਹ ਮੋਰ ਦੈਨ 35 ਨੇ। ਥੈਂਕ ਯੂ। ਥਾਣਾ ਡਿਵੀਜ਼ਨ ਨੰਬਰ 6 ਦੇ ਘੇਰੇ ਅੰਦਰ ਪੈਂਦੇ ਇਲਾਕੇ ਕੋਟ ਮੰਗਲ ਸਿੰਘ ਵਿੱਚ ਮਸ਼ਹੂਰ ਯੂਟਿਊਬਰ ਦੇਵਗਨ ਪਰਿਵਾਰ ਤੇ ਉਹਨਾਂ ਦੇ ਕੁਝ ਰਿਸ਼ਤੇਦਾਰਾਂ ਵੱਲੋਂ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਵੱਲੋਂ ਕੀਤੇ ਗਏ ਹਮਲੇ 'ਚ ਦੇਵਗਨ ਪਰਿਵਾਰ ਦੇ 6 ਮੈਂਬਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਜਾਣਕਾਰੀ ਦਿੰਦਿਆਂ ਮਸ਼ਹੂਰ ਯੂਟਿਊਬਰ ਦਵਿੰਦਰ ਦੇਵਗਨ ਨੇ ਦੱਸਿਆ ਕਿ ਉਸ ਦਾ ਆਪਣੇ ਤਾਏ ਨਾਲ ਦਾਦੇ ਦੀ ਜ਼ਮੀਨ ਸੰਬੰਧੀ ਵਿਵਾਦ ਚੱਲ ਰਿਹਾ ਤੇ ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਉਹਨਾਂ ਦੱਸਿਆ ਕਿ ਬੀਤੇ ਦਿਨ ਉਸਦੇ ਲੜਕੇ ਦਾ ਜਨਮ ਦਿਨ ਸੀ ਅਤੇ ਲੜਕੇ ਦੇ ਜਨਮ ਦਿਨ ਦੀ ਪਾਰਟੀ ਤੇ ਜਾਣ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ ਉਸਦੇ ਰਿਸ਼ਤੇਦਾਰ ਜੋ ਕਿ ਹਥਿਆਰਾਂ ਨਾਲ ਲੈਸ ਸਨ ਉੱਥੇ ਆਏ ਤੇ ਉਹਨਾਂ ਦੇ ਉਸ ਪਰਿਵਾਰ ਉੱਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਦਵਿੰਦਰ ਦੇਵਗਨ, ਉਸਦੀ ਮਾਂ ਚਰਨਜੀਤ ਕੌਰ, ਉਸਦੇ ਭਰਾ ਅਮਰਪਾਲ ਸਿੰਘ, ਉਸਦੇ ਚਚੇਰੇ ਭਰਾ ਜਗਪਾਲ ਸਿੰਘ, ਭੈਣ ਪ੍ਰਿਤਪਾਲ ਕੌਰ ਅਤੇ ਉਸਦੀ ਪਤਨੀ ਹਰਮਿੰਦਰ ਕੌਰ ਉਰਫ ਮਿੰਟੋ ਦੇ ਸੱਟਾਂ ਲੱਗੀਆਂ ਹਨ। ਉਹਨਾਂ ਦੱਸਿਆ ਹੈ ਕਿ ਕਥਿਤ ਦੋਸ਼ੀਆਂ ਵੱਲੋਂ ਉਸਦੀ ਵੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ। ਸਾਡੇ ਪਰਿਵਾਰ ਬਾਰੇ ਜਿੰਨੇ ਵੀ ਦੇਖਣ ਵਾਲੇ ਨੇ, ਮੀਡੀਆ ਵਾਲੇ ਨੇ, ਸਭ ਤੋਂ ਪਹਿਲਾਂ ਥੈਂਕ ਯੂ। ਤੁਸੀਂ ਸਾਡਾ ਪੱਖ ਰੱਖਣ ਲਈ ਇੱਥੇ ਆਏ, ਠੀਕ ਹੈ ਜੀ। ਹੁਣ ਮੈਂ ਗੱਲ ਕਰਦਾ ਜੀ ਜਿਹੜਾ ਸਾਡੇ ਨਾਲ ਹੋਇਆ। 14 ਸਤੰਬਰ ਨੂੰ ਮੇਰੇ ਬੇਟੇ ਦਾ ਜਨਮ ਦਿਨ ਸੀਗਾ ਜੀ। ਸਵੇਰ ਦੇ ਟਾਈਮ ਅਖੰਡ ਪਾਠ ਸਾਹਿਬ ਦਾ ਭੋਗ ਸੀਗਾ। ਉਹ ਤੋਂ ਬਾਅਦ ਸ਼ਾਮ ਨੂੰ ਪਾਰਟੀ ਸੀ। ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਅਸੀਂ ਲਾਈਵ ਹੋਏ, ਜਿੱਦਾਂ ਅਸੀਂ ਅਕਸਰ ਹੁੰਦੇ ਹਾਂ। ਬੱਚੇ ਦੀ ਖੁਸ਼ੀ ਦਿਖਾ ਰਹੇ ਸੀ ਕਿ ਹਾਂ ਸਾਡੇ ਬੱਚੇ ਲਈ ਅਸੀਂ ਆਹ ਕੀਤਾ ਹੈ ਨਾ ਜੀ, ਬਈ ਜਿੱਦਾਂ ਵਲੋਗਿੰਗ ਕੀਤੀ ਜਾਂਦੀ ਆ। ਉਹ ਤੋਂ ਬਾਅਦ ਅਸੀਂ ਉਸ ਲਾਈਵ 'ਚ ਕਿਹਾ ਵੀ ਅਸੀਂ ਸ਼ਾਮ ਨੂੰ 8 ਵਜੇ ਦੁਬਾਰਾ ਫੇਰ ਲਾਈਵ ਹੋਵਾਂਗੇ, ਕਿਉਂਕਿ ਸ਼ਾਮ ਨੂੰ ਪਾਰਟੀ ਸੀ। ਕਈ ਰਿਸ਼ਤੇਦਾਰਾਂ ਨੂੰ ਅਸੀਂ ਸੱਦਿਆ ਹੋਇਆ ਸੀਗਾ ਜੀ। ਅਤੇ ਉਹ ਤੋਂ ਬਾਅਦ ਉਸੇ ਸਮੇਂ, ਜਿਸ ਸਮੇਂ ਸਾਡਾ ਲਾਈਵ ਦਾ ਸਮਾਂ ਸੀਗਾ, ਉਸੇ ਸਮੇਂ ਸਾਡੇ ਜਿਹੜੇ ਰਿਸ਼ਤੇਦਾਰ ਨੇ ਜਿਨ੍ਹਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਹੈ ਉਹ ਆਏ ਅਤੇ ਸਾਡੀ ਆਹ ਜਗ੍ਹਾ ਜਿੱਥੇ ਅਸੀਂ ਬੈਠੇ ਆ ਇਹਦੇ ਬਿਲਕੁਲ ਸਾਹਮਣੇ ਆ, ਠੀਕ ਹੈ ਜੀ। ਸਾਨੂੰ ਪ੍ਰਾਪਰਟੀਆਂ ਇਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਪੈਣ ਦੀ ਵੈਸੇ ਸਾਨੂੰ ਲੋੜ ਹੈ ਹੀ ਨਹੀਂ ਸੀਗੀ, ਨਾ ਅਸੀਂ ਪੈਣਾ ਚਾਹੁੰਦੇ ਸੀਗੇ, ਪਰ ਇੱਕ ਸੈਲਫ ਰਿਸਪੈਕਟ ਹੁੰਦੀ ਆ ਵੀ ਜਿਹੜੀਆਂ ਉਹਨੇ ਸਾਡੇ ਮਦਰ ਨੂੰ ਗਾਲਾਂ ਕੱਢੀਆਂ। ਮਾਂ ਬਾਰੇ ਕੋਈ ਨਹੀਂ ਸੁਣਦਾ ਹੁੰਦਾ ਵੀਰੇ, ਚਾਹੇ ਕੋਈ ਆ, ਚਾਹੇ ਕੋਈ ਗਰੀਬ ਆ, ਅਮੀਰ ਆ, ਜੋ ਮਰਜ਼ੀ ਆ, ਮਾਂ ਬਾਰੇ ਕੋਈ ਨਹੀਂ ਸੁਣੂਗਾ। ਉਹਨਾਂ ਨੇ ਗਾਲਾਂ ਕੱਢੀਆਂ ਜੀ, ਠੀਕ ਹੈ ਜੀ। ਉਹ ਤੋਂ ਬਾਅਦ ਉਹਨਾਂ ਨੂੰ ਪਤਾ ਸੀਗਾ ਵੀ ਇਹਨਾਂ ਦੀ ਪਾਰਟੀ ਆ, ਪਰ ਉਹਨਾਂ ਨੇ ਖਰਾਬ ਕਰਨ ਪ੍ਰੋਗਰਾਮ 'ਚ ਖਲਲ ਪਾਇਆ ਵੀ ਇਹ ਜਾਣ ਨਾ ਅਸੀਂ ਇੱਥੇ ਕਲੇਸ਼ ਕਰਦੇ ਹਾਂ, ਲੜਾਈ ਕਰਦੇ ਹਾਂ। ਉਸ ਸਮੇਂ ਸਾਨੂੰ ਉਕਸਾਉਣ ਦੀ ਬੜੀ ਕੋਸ਼ਿਸ਼ ਕੀਤੀ ਗਈ। ਉਹਨਾਂ ਨੂੰ ਅਸੀਂ ਇੱਥੋਂ ਬਨੇਰੇ ਦੇ ਉੱਤੋਂ ਖੜ੍ਹ ਕੇ ਕਿਹਾ ਵੀ ਕੋਰਟ ਦੇ ਵਿੱਚ ਕੇਸ ਲੱਗਿਆ ਹੋਇਆ, ਤੁਸੀਂ ਗਲਤ ਕਰਦੇ ਪਏ ਹੋ, ਕੋਰਟ ਦਾ ਫੈਸਲਾ ਆਉਣ ਤੋਂ ਪਹਿਲਾਂ ਤੁਸੀਂ ਕੁਝ ਨਹੀਂ ਕਰ ਸਕਦੇ। ਉਹ ਕਹਿੰਦੇ ਅਸੀਂ ਦੇਖ ਲਾਂਗੇ ਯਾਰ, ਜਿਹੜਾ ਕੁਝ ਹੋਊਗਾ ਅਸੀਂ ਤੋੜਾਂਗੇ।
ਘੱਟੋ ਘੱਟ 20 ਜਾਣੇ ਸੀਗੇ ਜੀ। ਉਹ ਮੇਰੇ ਕੋਲ ਫੁਟੇਜ ਵੀ ਪਈ ਆ, ਮੈਂ ਉਹ ਵੀ ਤੁਹਾਨੂੰ ਦਊਂਗਾ ਜੋ ਉਸ ਦਿਨ ਰਾਤ ਨੂੰ ਹੋਇਆ। ਠੀਕ ਹੈ ਜੀ। ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਥੂਈ ਅਤੇ ਪਿੰਡ ਅਗੇਤੀ ਦੇ ਵਿਚਕਾਰ ਪੈਂਦੇ ਸ਼ਰਾਬ ਦੇ ਠੇਕੇ ਤੇ ਦੇਰ ਰਾਤ 10:30 ਵਜੇ ਦੇ ਕਰੀਬ ਗੋਲੀ ਚੱਲਣ ਨਾਲ ਰਣਜੀਤ ਪੁੱਤਰ ਪਾਲੀ ਗਰਾਸ ਪਿੰਡ ਗੱਗਲ ਹਿਮਾਚਲ ਜ਼ਿਲ੍ਹਾ ਕਾਕੜਾ ਬੁਰੀ ਤਰ੍ਹਾਂ ਫੱਟੜ ਹੋ ਗਿਆ। ਰਣਜੀਤ ਦੀ ਉਮਰ 48 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਠੇਕੇਦਾਰ ਕੋਲ ਕੰਮ ਕਰਦੇ ਵਿਅਕਤੀ ਹਰਵਿੰਦਰ ਸਿੰਘ ਕਾਲਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਮੋਟਰਸਾਈਕਲ ਸਵਾਰ ਅਣਪਛਾਤੇ ਦੋ ਵਿਅਕਤੀਆਂ ਵੱਲੋਂ ਰਣਜੀਤ ਤੋਂ ਸ਼ਰਾਬ ਦੀ ਮੰਗ ਕੀਤੀ ਗਈ ਤੇ ਉਸ ਵੱਲੋਂ ਸ਼ਰਾਬ ਨਾ ਦੇਣ ਤੇ ਉਹਨਾਂ ਵੱਲੋਂ ਗੋਲੀ ਚਲਾ ਦਿੱਤੀ ਗਈ। ਮੇਰਾ ਨਾਮ ਹਰਵਿੰਦਰ ਸਿੰਘ ਕਾਲਾ ਜੀ, 5 ਸਾਲ ਤੋਂ ਕੰਮ ਕਰ ਰਿਹਾ ਜੀ ਮੈਂ ਇਹਨਾਂ ਕੋਲੇ। ਲਗਭਗ 12 ਵਜੇ ਮੈਨੂੰ ਫੋਨ ਆਇਆ ਜੀ ਪਟਿਆਲਾ ਗੇਟ ਤੋਂ ਸੇਲਮੈਨ ਦਾ। ਕਹਿੰਦਾ ਵੀ ਆਪਣੇ ਗੇਤੀ ਮੁੰਡੇ ਨੂੰ ਗੋਲੀ ਲੱਤ 'ਚ ਮਾਰ ਗਈ ਤੇ 3 ਸੇਲਮੈਨ ਗੱਡੀ ਲੈ ਕੇ ਆਏ ਜੀ। ਜਦੋਂ ਅਸੀਂ ਉਰੇ ਆਏ ਬੰਦਾ ਲਹੂ ਲਹਾਨ ਹੋਇਆ ਪਿਆ ਸੀਗਾ ਜੀ। ਫਿਰ ਅਸੀਂ ਇਹਨੂੰ ਇੱਥੇ ਲੈ ਕੇ ਜੀ ਨਾਭੇ ਹਸਪੀਟਲ 'ਚ ਜੀ। ਫਿਰ ਮੌਕੇ 'ਤੇ ਪੁਲਿਸ ਪਹੁੰਚੀ ਜੀ, ਉਹਨਾਂ ਨੇ ਆਪਣੀ ਕਾਰਵਾਈ ਕੀਤੀ ਜੀ। ਉੱਥੋਂ ਉਹਨੂੰ ਪਟਿਆਲੇ ਰੈਫਰ ਕਰ ਦਿੱਤਾ ਗਿਆ ਜੀ। ਤੇ ਹੁਣ ਜਦੋਂ ਇੱਥੇ ਤੁਸੀਂ ਆਏ, ਇੱਥੇ ਕੀ ਹਾਲ ਸੀ, ਕਿੱਥੇ ਗੋਲੀ ਲੱਗੀ ਸੀ, ਕੀ ਦੱਸਿਆ ਉਹਨਾਂ ਨੇ ਵੀ ਕਿੰਨੇ ਜਾਣੇ ਸੀ, ਕਾਹਦੇ ਸੀਗੇ? ਉਹ ਕਹਿੰਦਾ ਵੀ ਮੋਟਰਸਾਈਕਲ ਤੇ ਸੀਗੇ 2 ਜਾਣੇ ਜੀ। ਵੀ ਮੈਂ ਰਾਤ ਨੂੰ 10:30 ਵਜੇ ਭਾਂਡੇ ਤੋਂ ਨਿਕਲਿਆ ਤੇ ਕਹਿੰਦਾ ਮੇਰੀ ਲੱਤ 'ਚ ਗੋਲੀ ਮਾਰ ਗਈ ਜੀ। ਨਹੀਂ ਕੋਈ ਉਹਦੇ ਕੋਈ ਗਾਲੀ ਗਲੋਜ਼ ਜਾਂ ਕੁਛ ਮੰਗਿਆ ਹੋਵੇ ਜਾਂ ਕੋਈ ਗੱਲਬਾਤ? ਦੇਖੋ ਜੀ ਹਾਲੇ ਇਹਨਾਂ ਉਹਨੇ ਕੁਝ ਦੱਸਿਆ ਨਹੀਂ ਸੀਗਾ ਮੌਕੇ ਤੇ ਜੀ। ਰਾਤ ਨੂੰ 12 ਵਜੇ ਹੋਏ ਸੀਗੇ ਜੀ ਤੇ ਕਹਿੰਦਾ ਬਸ ਮੈਂ ਭਾਂਡੇ ਧੋ ਰਿਹਾ, ਉਹਨਾਂ ਬੋਤਲ ਮੰਗੀ, ਮੈਂ ਨਾ ਕਰਤੀ। ਕਹਿੰਦਾ ਉਹਨਾਂ ਨੇ ਗੋਲੀ ਚਲਾਤੀ ਤੇ ਮੌਕੇ ਤੇ ਫਿਰ ਉਹਨੂੰ ਹਸਪੀਟਲ ਲੈ ਗਏ ਜੀ। ਕਿੰਨੇ ਵਜੇ? ਇਹ ਕੱਲ ਰਾਤ ਦੀ 10:30 ਵਜੇ ਦੀ ਇਨਸੀਡੈਂਟ ਹੈਗਾ ਜੀ। ਸਾਨੂੰ ਜਦੋਂ ਲੇਟ ਨਾਈਟ ਪਤਾ ਲੱਗਿਆ ਉਦੋਂ ਮੌਕੇ ਤੇ ਜਾ ਕੇ ਅਸੀਂ ਵਿਜ਼ਿਟ ਕੀਤਾ ਜੀ। ਉੱਥੇ ਰਣਜੀਤ ਸਿੰਘ ਨਾਮ ਦਾ ਵਿਅਕਤੀ ਆ ਜੋ ਠੇਕੇ ਦੇ ਬਤੌਰ ਕਰਿੰਦੇ ਵਜੋਂ ਨੌਕਰੀ ਕਰਦਾ ਜੀ। ਉਹਦੇ 2 ਅਣਪਛਾਤੇ ਵਿਅਕਤੀ ਆਏ ਜੀ। ਉਹਨਾਂ ਨੇ ਉਸ ਤੋਂ ਦਾਰੂ ਦੀ ਮੰਗ ਕੀਤੀ, ਜਿਸ ਨੂੰ ਲੈ ਕੇ ਕੋਈ ਉਹਨਾਂ ਦਾ ਜੋ ਵੀ ਹੋਇਆ ਉੱਥੇ ਉਸ ਤਹਿਤ ਉਹਦੇ ਪੈਰ 'ਚ ਗੋਲੀ ਵੱਜੀ ਜੀ। ਉਸ ਨੂੰ ਸਿਵਲ ਹਸਪੀਟਲ ਨਾਭਾ ਲਿਆਂਦਾ ਗਿਆ ਤੇ ਰਾਤੀ ਉਸ ਨੂੰ ਲੇਟ ਨਾਈਟ ਅਰਲੀ ਮਾਰਨਿੰਗ ਕਹਿ ਲਓ ਜਾਂ ਉੱਥੇ ਰਜਿੰਦਰਾ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਜੀ। ਕੋਈ ਮੁੱਢਲੀ ਜਾਣਕਾਰੀ ਤੋਂ ਪਤਾ ਚੱਲਿਆ ਕੋਈ ਰੰਜਿਸ਼ ਲੱਗੀ ਹੈ ਕਿਸ ਤਰ੍ਹਾਂ ਕੋਈ? ਨਹੀਂ, ਡੈਟਸ ਅ ਪਾਰਟ ਆਫ ਇਨਵੈਸਟੀਗੇਸ਼ਨ ਜੀ। ਜਦੋਂ ਤਫਤੀਸ਼ ਦਾ ਪਾਰਟ ਹੈ ਜੀ, ਜਦੋਂ ਜੋ ਵੀ ਕੋਈ ਸਾਹਮਣੇ ਆਇਆ ਜੀ ਤੁਹਾਨੂੰ ਉਸ ਸੰਬੰਧੀ ਜਾਣਕਾਰੀ ਦਿੱਤੀ ਜਾਊਗੀ। ਅੱਜ ਸ਼੍ਰੋਮਣੀ ਅਕਾਲੀ ਦਲ ਪਾਰਟੀ ਮਾਨਸਾ ਦੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਦੀ ਅਗਵਾਈ ਹੇਠ ਬੱਸਾਂ ਗੱਡੀਆਂ ਦਾ ਕਾਫਲਾ ਅੱਜ ਬੀਬਾ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ਵਿੱਚ ਵੱਡਾ ਇਕੱਠ ਕਰਕੇ ਕਾਲੇ ਕਾਨੂੰਨਾਂ ਖਿਲਾਫ 17 ਸਤੰਬਰ ਨੂੰ ਦਿੱਲੀ ਪਹੁੰਚਣ ਲਈ ਪਾਰਟੀ ਵਰਕਰਾਂ ਨੂੰ ਭੇਜਣ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਪ੍ਰੇਮ ਕੁਮਾਰ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਧ ਤੋਂ ਵੱਧ ਵੱਡੇ ਕਾਫਲੇ ਸਮੇਤ ਦਿੱਲੀ ਵਿਖੇ ਵੱਡਾ ਇਕੱਠ ਕਰਕੇ ਕਿਸਾਨਾਂ ਦੀ ਹਮਾਇਤ ਕੀਤੀ ਜਾਵੇਗੀ। ਇਹ ਸਾਡੇ ਜਿਹੜੇ ਕਾਲੇ ਕਾਨੂੰਨ ਥਾਪੇ ਗਏ ਸੀ ਸਾਡੇ ਤੇ ਜਿਹੜੇ ਮੋਦੀ ਸਰਕਾਰ ਨੇ, ਉਹਦੇ ਵਿਰੋਧ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਇੱਥੇ ਮਾਨਸਾ ਤੋਂ ਜਿਹੜੀਆਂ ਅਸੀਂ ਯੂਥ ਦੀਆਂ 2 ਬੱਸਾਂ ਤੇ 10 ਗੱਡੀਆਂ ਕਾਰਾਂ ਵਗੈਰਾ ਲੈ ਕੇ ਇੱਥੋਂ ਵੱਡੀ ਜਿਹੜੀ ਰੈਲੀ ਦੇ ਰੂਪ 'ਚ ਉੱਥੇ ਰੋਸ ਪ੍ਰਦਰਸ਼ਨ ਲਈ ਜਾ ਰਹੇ ਹਾਂ। ਇਸੇ ਤਰ੍ਹਾਂ ਹੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਪੱਧਰ ਤੇ ਸਾਰੇ ਸਰਕਲਾਂ ਤੇ ਸਾਰੇ ਸ਼ਹਿਰਾਂ 'ਚ ਤਕਰੀਬਨ 10 ਬੱਸਾਂ ਉਹਨਾਂ ਦੀਆਂ ਜਾ ਰਹੀਆਂ। ਅਸੀਂ ਇਸ ਤਰ੍ਹਾਂ ਦੇ ਜਿਹੜੇ ਰੋਸ ਪ੍ਰਦਰਸ਼ਨ ਨੇ ਲੋਕਾਂ 'ਚ ਵੀ ਬੜਾ ਵੱਡਾ ਹੰਗਾਰਾ ਜਿਹੜਾ ਕੱਲ੍ਹ ਨੂੰ ਅਸੀਂ ਰਕਾਬਗੰਜ ਸਾਹਿਬ ਤੋਂ ਲੈ ਕੇ ਸੰਸਦ ਭਵਨ ਤੱਕ ਲੈ ਕੇ ਜਾਣਾ, ਇਹਦੇ ਲਈ ਕਾਲੇ ਕਾਨੂੰਨ ਜਿਹੜੇ ਅਸੀਂ ਸਾਰੇ ਅਪੀਲ ਕਰਦੇ ਹਾਂ ਵੀ ਇਹ ਜਿਹੜੇ ਕਾਲੇ ਕਾਨੂੰਨ ਥਾਪੇ ਗਏ ਆ ਇਹ ਵਾਪਸ ਕੀਤੇ ਜਾਣ। ਇਹਦੇ ਰੋਸ ਪ੍ਰਦਰਸ਼ਨ ਲਈ ਉੱਥੇ ਪਹੁੰਚ ਰਹੇ। ਪੂਰੇ ਪੰਜਾਬ ਦੇ ਵਿੱਚ ਸਾਡੇ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਔਰ ਸਮੁੱਚੀ ਕੋਰ ਕਮੇਟੀ ਨੇ ਇੱਕ ਫੈਸਲਾ ਕੀਤਾ ਜੋ ਪਿਛਲੇ ਸਾਲ 17 ਤਰੀਕ ਨੂੰ ਇਹ ਕਾਲੇ ਕਾਨੂੰਨ ਬਣਾਏ ਗਏ ਸੀ, ਉਹਦਾ ਕੱਲ 1 ਸਾਲ ਪੂਰਾ ਹੋਣਾ। ਅਸੀਂ ਕੱਲ ਨੂੰ ਉਹ ਕਾਲਾ ਦਿਨ ਮਨਾਵਾਂਗੇ ਜਿਹੜਾ ਸਾਡੇ ਪੰਜਾਬ ਦੇ ਅੰਦਰ ਕਾਲੇ ਕਾਨੂੰਨ ਲਾਗੂ ਕੀਤੇ ਆ। ਅਸੀਂ ਇੱਥੋਂ ਚੱਲ ਕੇ ਗੁਰਦੁਆਰਾ ਸਾਹਿਬ ਰਕਾਬਗੰਜ ਵਿਖੇ ਔਰ ਉੱਥੋਂ ਪੈਦਲ ਮਾਰਚ ਕਰਦੇ ਹੋਏ ਪ੍ਰਧਾਨ ਸਾਹਿਬ ਔਰ ਸਮੁੱਚੀ ਕਿਸਾਨ ਜਥੇਬੰਦੀ ਸਾਡੀ ਅਕਾਲੀ ਦਲ ਦੀ ਜਥੇਬੰਦੀ ਰੋਸ ਮਾਰਚ ਕਰਾਂਗੇ ਔਰ ਉੱਥੇ ਸੰਸਦ ਦੇ ਬਾਹਰ ਸਾਡੇ ਪ੍ਰਧਾਨ ਸਾਹਿਬ ਔਰ ਸਮੁੱਚੀ ਜਥੇਬੰਦੀ ਉੱਥੇ ਉਹ ਸੰਸਦ ਦੇ ਸਾਹਮਣੇ ਉਹ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਪਾੜਾਂਗੇ ਔਰ ਕਾਲਾ ਦਿਨ ਮਨਾਵਾਂਗੇ। ਸ਼੍ਰੀ ਮੁਕਤਸਰ ਸਾਹਿਬ ਵਿਖੇ ਲਗਾਏ ਗਏ ਮੈਗਾ ਰੁਜ਼ਗਾਰ ਮੇਲੇ ਦੌਰਾਨ ਅੱਜ ਟੈਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕਾਂ ਨੇ ਪੰਜਾਬ ਸਰਕਾਰ ਵਿਰੁੱਧ ਮੇਲੇ ਵਿੱਚ ਪਹੁੰਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਰੁਜ਼ਗਾਰ ਮੇਲਿਆਂ ਦੇ ਨਾਮ ਤੇ ਟਕਵੰਜ ਕਰ ਰਹੀ ਹੈ, ਜਦਕਿ ਪੂਰੀ ਯੋਗਤਾ ਪ੍ਰਾਪਤ ਅਧਿਆਪਕ ਇਸ ਤਰ੍ਹਾਂ ਸੜਕਾਂ ਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਉਹਨਾਂ ਨੂੰ ਉੱਚ ਸਿੱਖਿਆ ਉਪਰੰਤ ਵੀ ਰੁਜ਼ਗਾਰ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਇਸ ਮੰਗ ਨੂੰ ਲੈ ਕੇ ਯੂਨੀਅਨ ਆਗੂ ਮਨੀਸ਼ ਟੈਂਕੀ ਤੇ ਚੜਿਆ ਹੋਇਆ ਕਰੀਬ 300 ਦਿਨ ਤੋਂ ਧਰਨਾ ਸਿੱਖਿਆ ਮੰਤਰੀ ਦੇ ਗੇਟ ਵਿੱਚ ਵੀ ਲੱਗਾ ਹੋਇਆ ਹੈ, ਪਰ ਸਰਕਾਰ ਉਹਨਾਂ ਦੀ ਮੰਗ ਵੱਲ ਧਿਆਨ ਨਹੀਂ ਦੇ ਰਹੀ। ਡਿਮਾਂਡ ਆ ਰੁਜ਼ਗਾਰ ਮੇਲੇ ਤੋਂ ਪ੍ਰੋਟੈਸਟ। ਮੇਰਾ ਨਾਮ ਬਸੰਤ ਸਿੰਘ ਹੈ ਜੀ। ਮੇਰੀ ਡਿਮਾਂਡ ਇਹ ਹੈ ਕਿ ਬੀਐਡ ਬੇਰੁਜ਼ਗਾਰ ਜਿਹੜੇ ਟੈਟ ਪਾਸ ਆ 3 ਟੈਟ ਕੀਤੇ ਹੋਇਆ, ਕਲੀਅਰ ਨੈਟ ਕੀਤੇ ਆ, ਪਰ ਸਰਕਾਰ ਕੋਈ ਨੌਕਰੀ ਨਹੀਂ ਕੱਢ ਰਹੀ। ਇੱਕ ਪਾਸੇ ਸਰਕਾਰ ਦਾਅਵਾ ਕਰਦੀ ਆ ਕਿ ਅਸੀਂ ਰੁਜ਼ਗਾਰ ਮੇਲੇ ਲਾ ਰਹੇ ਹਾਂ, ਪਰ ਇਹ ਸਭ ਇੱਕ ਡਰਾਮਾ। ਜਿਹੜੇ ਨੌਜਵਾਨ ਆ ਯੋਗਤਾ ਰੱਖਦੇ ਉਹ ਸੜਕਾਂ ਦੇ ਰੋਲ ਰਹੇ ਆ। ਸਾਡੀਆਂ ਭੈਣਾਂ ਅਸੀਂ ਨੌਜਵਾਨ, ਸਰਕਾਰ ਸਾਡੀਆਂ ਭੈਣਾਂ ਦੇ ਲੀੜੇ ਪਾ ਰਹੀ ਹੈ, ਇਹਨਾਂ ਦੀ ਸਿਕਿਉਰਿਟੀ, ਪਰ ਅਸੀਂ ਇਹ ਕਹਿੰਦੇ ਹਾਂ ਵੀ ਸਾਨੂੰ ਪੰਜਾਬੀ SST ਹਿੰਦੀ ਪੰਜਾਬੀ ਦੀਆਂ ਵੱਧ ਤੋਂ ਵੱਧ ਪੋਸਟਾਂ ਕੱਢੀਆਂ ਜਾਣ ਜੀ। ਬਈ ਦੱਸਿਓ ਕੀ ਨਾਮ ਹੈ ਔਰ ਕੀ ਡਿਮਾਂਡ ਕੀ ਹੈ, ਕਿਉਂ ਪ੍ਰੋਟੈਸਟ? ਹਾਂਜੀ ਸਰ, ਮੇਰਾ ਨਾਮ ਬਲਜਿੰਦਰ ਸਿੰਘ ਹੈ, ਪਿੰਡ ਮੇਰਾ ਗਿਲਜੀ ਵਾਲਾ। ਮੇਰੀ ਇਹ ਡਿਮਾਂਡ ਹੈ ਕਿ SST ਪੰਜਾਬੀ ਹਿੰਦੀ ਦੀਆਂ ਪੋਸਟਾਂ ਜੋ ਪਿਛਲੇ 5 ਸਾਲਾਂ ਤੋਂ ਸਰਕਾਰ ਨਹੀਂ ਕੱਢ ਰਹੀ ਉਹ ਜਾਰੀ ਕੀਤੀਆਂ ਜਾਣ। ਇੰਨੇ ਬੀਐਡ ਟੈਟ ਪਾਸ ਫਿਰਦੇ ਨੇ, ਉਹ ਕਿੱਧਰ ਜਾਣ? ਬੀਐਡ ਹੋਰ ਕਰ ਰਹੇ ਨੇ, ਫਿਰ ਬੀਐਡ ਤੁਸੀਂ ਕਿਉਂ ਕਰਾ ਰਹੇ ਹੋ? ਜੇ ਤੁਸੀਂ SST ਪੰਜਾਬੀ ਹਿੰਦੀ ਦੀਆਂ ਪੋਸਟਾਂ ਕਿਉਂ ਨਹੀਂ ਜਾਰੀ ਕਰਦੇ? ਜੇ ਤੁਸੀਂ ਪੰਜਾਬੀ ਦੀਆਂ ਪੋਸਟਾਂ ਨਹੀਂ ਜਾਰੀ ਕਰ ਸਕਦੇ ਤਾਂ ਪੰਜਾਬੀਆਂ ਤੋਂ ਵੋਟਾਂ ਮੰਗਣ ਕਿਉਂ ਆਉਣੇ ਹੋ 5 ਸਾਲਾਂ ਬਾਅਦ? ਤਾਂ ਬਸ ਵੋਟਾਂ ਮੰਗਣ ਕਿਉਂ ਆਉਣੇ ਹੋ? ਤੁਸੀਂ ਜਾਰੀ ਕਰੋ। SST ਪੰਜਾਬੀ ਹਿੰਦੀ ਲਈ ਸਾਡੀ ਮੰਗ ਆ। ਸਾਡਾ ਵੀਰ ਮਨੀਸ਼ ਵੀਰ ਫਾਜ਼ਿਲਕਾ ਜੋ ਕਿ ਟੈਂਕੀ ਤੇ ਚੜਿਆ ਹੋਇਆ ਸੰਗਰੂਰ, ਕਾਹਦੇ ਲਈ? SS ਪੰਜਾਬੀ ਹਿੰਦੀ ਦੀਆਂ ਪੋਸਟਾਂ ਲਈ ਚੜਿਆ ਹੋਇਆ। ਸਾਡਾ ਪਿਛਲੇ ਪੌਣੇ 300 ਦਿਨ ਤੋਂ ਸਾਡਾ ਧਰਨਾ ਲੱਗਿਆ ਹੋਇਆ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਦੇ ਬਾਰ 'ਚ। ਕਿਉਂ ਲੱਗਿਆ ਹੋਇਆ? SS ਪੰਜਾਬੀ ਹਿੰਦੀ ਦੀਆਂ ਪੋਸਟਾਂ ਨੂੰ ਲੈ ਕੇ ਲੱਗਿਆ ਹੋਇਆ। ਜੋ ਰੁਜ਼ਗਾਰ ਮੇਲਾ ਲਾਇਆ ਸਰਕਾਰ ਨੇ, ਇਹਦੇ ਬਾਰੇ ਕੀ ਕਹੋਗੇ? ਰੁਜ਼ਗਾਰ ਮੇਲਾ ਇੱਕ ਢੋਂਗ ਆ ਜੀ, ਇੱਕ ਡਰਾਮਾ। ਇਹ ਸਾਰਾ ਕੰਪਨੀਆਂ ਦੇ ਪੈਸੇ ਇਕੱਠੇ ਕਰਨ ਦਾ ਇੱਕ ਢੰਗ ਦਾ ਤਰੀਕਾ, ਕਿਉਂਕਿ ਜੋ ਕੰਪਨੀਆਂ ਇੱਥੇ ਲੈ ਕੇ ਜਾਂਦੀਆਂ ਇੱਕ ਨਿਗੁਣੀ ਤਨਖਾਹ ਤੇ 5000 ਤੋਂ ਘੱਟ ਟ੍ਰੇਨਿੰਗ ਫੀਸ ਲਈ ਜਾਂਦੀ ਆ। ਬੇਰੁਜ਼ਗਾਰਾਂ ਨੂੰ ਧੱਕੇ ਖਵਾਏ ਜਾਂਦੇ ਆ ਤੇ PhD ਪਾਸ ਇੱਥੇ ਤੁਰੇ ਫਿਰਦੇ ਆ। ਕੋਈ ਰੁਜ਼ਗਾਰ ਮਿਲੇ, ਕੋਈ ਰੁਜ਼ਗਾਰ ਨਹੀਂ ਆ। ਇਹ ਸਰਕਾਰ ਦਾ ਇੱਕ ਢੋਂਗ ਆ, ਡਰਾਮਾ ਇੱਕ। ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮੰਤਵ ਨਾਲ ਪੰਜਾਬ ਸਰਕਾਰ ਦੇ ਵੱਲੋਂ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਤੇ ਕਿਤੇ ਨਾ ਕਿਤੇ ਇਹਨਾਂ ਰੁਜ਼ਗਾਰ ਮੇਲਿਆਂ ਦੇ ਰਾਹੀਂ ਪੰਜਾਬ ਸਰਕਾਰ ਆਪਣੇ ਕੀਤੇ ਵਾਅਦੇ ਹਰ ਘਰ ਨੌਕਰੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ, ਲੇਕਿਨ ਇਹ ਰੁਜ਼ਗਾਰ ਮੇਲਿਆਂ ਵਿੱਚ ਮਿਲ ਰਹੇ ਰੁਜ਼ਗਾਰ ਦੇ ਨੌਜਵਾਨ ਵਰਗ ਖੁਸ਼ ਨਹੀਂ ਦਿਖ ਰਿਹਾ ਕਿਉਂਕਿ ਇਹਨਾਂ ਰੁਜ਼ਗਾਰ ਮੇਲਿਆਂ ਵਿੱਚ ਰੁਜ਼ਗਾਰ ਦੇਣ ਦੇ ਨਾਮ ਰੁਜ਼ਗਾਰ ਦੇਣ ਵਾਲੀਆਂ ਕੰਪਨੀਆਂ ਨੌਜਵਾਨਾਂ ਦਾ ਸ਼ੋਸ਼ਣ ਕਰਦੀਆਂ ਨਜ਼ਰ ਆ ਰਹੀਆਂ ਹਨ, ਜਿਸ ਕਾਰਨ ਰੁਜ਼ਗਾਰ ਪ੍ਰਾਪਤ ਕਰਨ ਆਏ ਨੌਜਵਾਨਾਂ ਵਿੱਚ ਨਿਰਾਸ਼ਾ ਦਾ ਆਲਮ ਸਾਫ਼ ਨਜ਼ਰ ਆ ਰਿਹਾ ਹੈ। ਜੇ ਕਿਸੇ ਬੱਚੇ ਦੀ 10,000 ਸੈਲਰੀ ਲੱਗਦੀ ਹੈ, ਮੰਨ ਲਓ ਇੱਥੋਂ ਦਿੱਲੀ ਚਲ ਜਾਂਦਾ, ਅੰਬਾਲੇ ਚਲਾ ਜਾਂਦਾ, ਤਾਂ ਉੱਥੇ ਖਾਏਗਾ ਕੀ ਤੇ ਪੀਏਗਾ ਕੀ? 10,000 ਦੇ ਵਿੱਚ ਤੁਸੀਂ ਦੇਖਦੇ ਹੋ ਕੀ ਬਣਦਾ। ਇਹਨਾਂ ਨੇ ਬੱਚਿਆਂ ਨੂੰ ਜੌਬ ਦੇ ਲਈ ਬੁਲਾਇਆ, ਪਰ ਇਹ ਜੌਬ ਦੇ ਨਾਲ ਤਾਂ ਮੈਨੂੰ ਕੁਝ ਹੋਰ ਹੀ ਲੱਗ ਰਿਹਾ ਕਿ ਮੰਨ ਲਓ ਪਹਿਲਾਂ ਉਹਨਾਂ ਕੋਲ 10,000 ਰੁਪਇਆ ਲੈ ਰਹੇ ਨੇ, ਚਾਹੇ ਉਹ ਟ੍ਰੇਨਿੰਗ ਸਹੀ ਹੈ। ਮੰਨ ਲਓ ਜੇ ਕਿਸੇ ਬੱਚੇ ਕੋਲ ਜੌਬ ਹੋਵੇ, ਜੌਬ ਕਰਨ ਦਾ ਕੋਈ ਸਿਸਟਮ ਹੋਵੇ ਤਾਂ 10,000 ਜਮ੍ਹਾਂ ਕਰਾਉਣ ਦੀ ਜ਼ਰੂਰਤ ਕੀ ਹੈ? ਉਹਦੀ ਕਾਬਲੀਅਤ ਤੇ ਉਹਨੂੰ ਜੌਬ ਦਿੱਤੀ ਜਾਵੇ। ਬਸ ਇਹਨਾਂ ਕਹਿਣਾ ਚਾਹਾਂਗੇ ਜੋ ਵੀ ਕਰਨ ਕਿ ਬੱਚਿਆਂ ਦੇ ਹੱਕ 'ਚ ਕਰਨਾ ਚਾਹੀਦਾ ਇਹਨਾਂ ਨੂੰ। ਅਸੀਂ ਗੁਰੂ ਨਾਨਕ ਖਾਲਸਾ ਕਾਲਜ ਆਏ ਹਾਂ ਅਤੇ ਜੋਬ ਭਰੀ ਸੀ ਇੱਥੇ ਸਿਕਿਉਰਿਟੀ ਦੀ, ਅਤੇ ਉਹ ਕਹਿਣ ਦੇ ਨੇ ਕਿ ਮਤਲਬ ਕਿ 10,000 ਰੁਪਇਆ ਪਹਿਲਾਂ ਲੱਗਣਾ ਤੁਹਾਡਾ, ਉਸ ਤੋਂ ਬਾਅਦ ਸਰਹੰਦ ਤੁਹਾਡੀ ਉਹ ਟ੍ਰੇਨਿੰਗ ਲੱਗੇਗੀ ਮਹੀਨਾ ਇੱਕ, ਉਸ ਤੋਂ ਬਾਅਦ ਨਾ ਤੁਹਾਨੂੰ ਡਿਊਟੀ ਰੱਖਣਗੇ ਅਤੇ ਪੇ ਪੂ ਬਾਰੇ ਕੁਛ ਦੱਸਿਆ ਨਹੀਂ ਹੈਗਾ ਉਹਨਾਂ ਨੇ। ਤੁਸੀਂ ਜਮ੍ਹਾਂ ਕਰਾਇਆ ਫਿਰ 10,000? ਨਹੀਂ ਹਜੇ ਨਹੀਂ। ਕਿਉਂ, ਕੀ ਕਰ? ਕਹਿੰਦੇ ਜਦੋਂ ਤੁਹਾਡੀ ਸਰਹੰਦ 23 ਤਰੀਕ ਨੂੰ ਟ੍ਰੇਨਿੰਗ ਲੱਗੇਗੀ ਉਦੋਂ ਜਮ੍ਹਾਂ ਹੋਏਗਾ। ਤੇ ਤੁਹਾਨੂੰ ਲੱਗਦਾ ਕਿ 10,000 ਰੁਪਏ ਪਹਿਲਾਂ ਜਮ੍ਹਾਂ ਕਰਾਉਣਾ ਵਾਜਬ? ਨਹੀਂ। ਕਿਉਂ? ਸਰ ਮੈਂ ਜੋਬ ਫੇਅਰ ਲਈ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਆਇਆ ਵਾਂ ਅਤੇ ਇੱਥੇ ਅਲੱਗ-ਅਲੱਗ ਕੰਪਨੀਆਂ 'ਚ ਮੈਂ ਇੰਟਰਵਿਊ ਦਿੱਤੇ ਨੇ, ਪਰ ਇਹ ਜੋਬ ਬਹੁਤ ਦੂਰ ਅੰਬਾਲਾ ਵਗੈਰਾ ਵਾਲੀ ਸਾਈਡ ਦੇ ਰਹੇ ਨੇ, ਪਰ ਪੇ ਬਹੁਤ ਕਮ ਘੱਟ ਆ ਅਤੇ ਉਸ ਹਿਸਾਬ ਨਾਲ ਮਤਲਬ ਖਰਚਾ ਉੱਥੇ ਜ਼ਿਆਦਾ ਹੋਣਾ ਵਾ ਅਤੇ ਪੇ ਨਹੀਂ ਮਤਲਬ ਬੱਚੇ ਲਈ ਕੋਈ ਫਾਇਦਾ ਸਮਝਦੇ ਹੋਇਆ ਵਾ? ਜੋਬ ਫੇਅਰ ਲਈ ਨਹੀਂ ਸਰ। ਕੋਈ ਖਾਸ ਸੈਲਰੀ ਨਹੀਂ ਹੈਗੀ, ਠੀਕ ਆ, ਜਸਟ ਨੋਰਮਲ ਸੈਲਰੀ ਹੈ। ਕਿਤੇ ਬਾਹਰ ਦੀ ਸਿਟੀਆਂ ਭੇਜਦੇ ਆ, ਠੀਕ ਆ, 10,000 ਵੀ ਦੇਣਗੇ, ਉਹਦੇ ਨਾਲ ਬਾਹਰ ਦਾ ਖਰਚਾ ਵੀ ਆਪਣਾ ਵਾ, ਰੋਟੀ ਪਾਣੀ ਵੀ ਆਪਣਾ ਵਾ, ਠੀਕ ਆ, ਰਹਿਣਾ ਸਹਿਣਾ ਸਭ ਆਪਣਾ। ਜੋ 7-8,000 ਉੱਥੇ ਖਰਚਾ ਆਏ ਨਾ, 2,000 ਰੁਪਏ ਮਗਰ ਜਾਣਾ, ਇਹਨਾਂ ਚੰਗਾ ਬੱਚੇ ਦਿਹਾੜੀਆਂ ਲਾ ਲੈਣ। ਫਿਰ ਪੰਜਾਬ ਦੀ ਕਾਂਗਰਸ ਸਰਕਾਰ ਦੇ ਵੱਲੋਂ ਘਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦੇ ਮਕਸਦ ਨਾਲ ਰੂਪਨਗਰ ਦੀ IT ਵਿਖੇ 7ਵਾਂ ਰੁਜ਼ਗਾਰ ਮੇਲਾ ਲਗਾਇਆ ਗਿਆ, ਜਿਸ ਦੇ ਵਿੱਚ 27 ਦੇ ਕਰੀਬ ਕੰਪਨੀਆਂ ਨੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਲਈ ਪਹੁੰਚੀਆਂ ਸਨ, ਪਰੰਤੂ ਇਸ ਰੁਜ਼ਗਾਰ ਮੇਲੇ ਦੇ ਵਿੱਚ ਪਹੁੰਚੇ ਪੜ੍ਹੇ ਲਿਖੇ ਜ਼ਿਆਦਾਤਰ ਨੌਜਵਾਨ ਨਿਰਾਸ਼ ਹੋ ਕੇ ਖਾਲੀ ਹੱਥ ਵਾਪਸ ਪਰਤੇ ਅਤੇ ਇਹਨਾਂ ਬੇਰੁਜ਼ਗਾਰ ਨੌਜਵਾਨਾਂ ਨੇ ਸਰਕਾਰ ਦੇ ਰੁਜ਼ਗਾਰ ਮੇਲੇ ਨੂੰ ਮਹਿਜ਼ ਡਰਾਮਾ ਕਰਾਰ ਦਿੱਤਾ। ਬਾਪੂ ਜੀ ਕੀ ਨਾਮ ਹੈ ਜੀ? ਰਣਜੀਤ ਸਿੰਘ ਆ ਜੀ। ਤੇ ਸਰਕਾਰ ਜਿਹੜੀ ਹੈ ਘਰ ਘਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਉਹਦੇ ਤਹਿਤ ਰੋਜ਼ਗਾਰ ਮੇਲੇ ਲਾਏ ਜਾ ਰਹੇ। ਅੱਜ ਰੋਪੜ IIT ਲੱਗਿਆ ਆਏ ਹੋ ਤੁਸੀਂ, ਕਿਸ ਤਰ੍ਹਾਂ ਜਿਹੜਾ ਹੈਗਾ ਨੌਕਰੀ ਮਿਲੀ ਹੈ, ਕੀ ਤੁਹਾਨੂੰ ਇੱਥੇ ਕਿਹਾ ਗਿਆ? ਹੁਣ ਇੱਥੇ ਤਾਂ ਜੀ ਟ੍ਰੇਨਿੰਗ ਚੱਲਦੀ ਆ, ਉਹ ਕਹਿੰਦਾ 1 ਸਾਲ ਲਾਓ
ਇੰਨੇ ਪੈਸੇ ਦੇਵਾਂਗੇ ਜੀ 5-6 ਹਜ਼ਾਰ ਰੁਪਈਆ। ਉਸ ਤੋਂ ਬਾਅਦ ਕੋਈ ਪੱਕਾ ਨਹੀਂ ਹੈਗਾ ਇਹ। ਉਸ ਤੋਂ ਬਾਅਦ ਕਹਿੰਦੇ ਆਪਣੇ ਕਿ ਜੋ ਮਰਜ਼ੀ ਕਰੋ, ਜੋ ਮਰਜ਼ੀ ਨਾ ਕਰੋ। ਕਿਸੇ ਨੂੰ ਕੱਢ ਵੀ ਸਕਦੇ ਆ ਇਹ 6 ਮਹੀਨੇ ਬਾਅਦ, ਸਾਲ ਬਾਅਦ ਵੀ ਕੱਢ ਸਕਦੇ ਆ। ਕੰਪਨੀ ਟ੍ਰੇਨਿੰਗ ਦੇਣੀ ਆ ਇੱਕ ਸਾਲ? ਇਹ ਟ੍ਰੇਨਿੰਗ ਹੈ ਜੀ ਸਾਰੀ ਮੇਰੇ ਹਿਸਾਬ ਨਾਲ ਤਾਂ 4-5 ਹਜ਼ਾਰ ਰੁਪਏ 'ਚ। ਹਾਂ ਜੀ। ਤੇ ਕਿੱਥੇ ਟ੍ਰੇਨਿੰਗ ਲਾਉਂਗੇ? ਕਿਤੇ ਲੋਕਲ ਲਾਉਂਗੇ ਕਿ ਲੋਕਲ ਨਹੀਂ? ਇਹ ਜਿਹੜੀਆਂ ਕੰਪਨੀਆਂ ਇਹਨਾਂ ਨੇ ਬਿਠਾਲੀਆਂ ਵੀ ਆ, ਕੋਈ ਕਹਿੰਦਾ ਮੈਂ ਬੈਲਡਰ ਵਾਸਤੇ ਆ ਜਾਓ ਸਾਡੇ ਕੋਲ। ਅਸੀਂ ਕਹਿੰਦੇ ਵੀ ਸਾਲ ਟ੍ਰੇਨਿੰਗ ਦੇਵਾਂਗੇ ਤੁਹਾਨੂੰ, 6-7 ਹਜ਼ਾਰ ਰੁਪਈਆ ਦੇਵਾਂਗੇ। ਉਹਦੇ ਬਾਅਦ ਪੱਕੀ ਨੌਕਰੀ ਦੀ ਕੋਈ ਗਾਰੰਟੀ ਨਹੀਂ ਤੁਹਾਡੇ ਕੋਲ। ਜਿਹੜੀ ਟ੍ਰੇਨਿੰਗ ਹੈ ਲੋਕਲ ਦਊਂਗੇ ਜਾਂ ਜਾ ਕੇ ਬੱਦੀ ਆ ਕਿਤੇ ਚੰਡੀਗੜ੍ਹ ਜਾਂ ਅੰਬਾਲੇ ਕਿਤੇ ਦੂਰ ਆ? ਕੋਈ ਬੂਜਾ ਵਾਲੇ ਕਹਿੰਦੇ ਆ ਜੀ, ਕੋਈ ਬੱਦੀ ਕਹਿੰਦਾ ਜੀ, ਕੋਈ ਕਿਤੇ ਕਹਿੰਦਾ ਜੀ। ਇਹ ਤਾਂ ਆਣਾ ਜਾਣ ਦਾ ਖਰਚਾ 7-8 ਹਜ਼ਾਰ ਤਾਂ ਖਰਚੇ ਇਹਦਾ ਜੀ ਸਾਰਾ ਬਸ ਉੱਕਣੇ ਲੱਗ ਜਾਣਾ, ਆਉਣ ਜਾਣ ਵਿੱਚ ਪੈਸੇ ਲੱਗ ਜਾਣੇ, ਕੋਈ ਖਰਚਾ ਹੋ ਜਾਂਦਾ ਬੱਚੇ ਦਾ। ਬਸ ਇਹ ਤਾਂ ਵਿਹਲਿਆਂ ਨਾਲ ਦਿਓ, ਸਮਝ ਲਓ ਕਿਸੇ ਇਹਦੇ ਨਾਲ ਤਾਂ ਘਰੇ ਬੈਠਾ ਠੀਕ ਆ। ਕਿਵੇਂ ਦੇਖਦੇ ਸਰਕਾਰ ਦੇ ਰੋਜ਼ਗਾਰ ਮੇਲੇ ਨੂੰ, ਚੋਣਾਂ ਦੇ ਨੇੜੇ ਜਿਹੜੇ ਲਾਏ ਜਾ ਰਹੇ ਹੁਣ? ਇਹ ਤਾਂ ਜੀ ਇੱਕ ਡਰਾਮਾ ਹੈ। ਇਹ ਡਰਾਮਾ ਹੈ, ਇਹਦਾ ਕੋਈ ਨਹੀਂ ਹੈਗਾ, ਕੋਈ ਬੈਨੀਫਿਟ ਨਹੀਂ ਹੈਗਾ ਇਹਦਾ। ਇੱਕ ਸਿਰਫ ਲੋਕਾਂ ਨੂੰ ਭਰਮਾਉਂਦਾ ਹੀ ਆ ਲੋਕਾਂ ਨੂੰ। 27 ਕੰਪਨੀਆਂ ਨੇ 14 ਸਵੈ ਰੁਜ਼ਗਾਰ ਕਾਊਂਟਰ ਲਗਾਏ ਹੋਏ ਨੇ। ਕੁਝ ਬੈਂਕਸ ਦੇ ਕਾਊਂਟਰ ਲੱਗੇ ਨੇ, 3 ਕਾਊਂਟਰ ਜਿਹੜੇ ਬੱਚਿਆਂ ਨੂੰ ਲੋਨ ਫੈਸਿਲਿਟੀ ਵਾਸਤੇ ਐਜੂਕੇਟ ਕਰ ਰਹੇ ਨੇ। ਤੇ ਜਿਹੜੇ ਬੱਚੇ ਆਪਣੇ ਸਵੈ ਰੁਜ਼ਗਾਰ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੱਖਰਾ ਤੌਰ ਤੇ ਐਜੂਕੇਟ ਕੀਤਾ ਜਾ ਰਿਹਾ। ਜਿਹੜੇ ਬੱਚੇ ਨੌਕਰੀਆਂ ਲੈਣਾ ਚਾਹੁੰਦੇ ਨੇ ਉਸ ਲਈ 27 ਇੰਪਲਾਇਰ ਬੁਲਾਏ ਹੋਏ ਨੇ। ਤਾਂ ਅੱਜ ਹਜ਼ਾਰਾਂ ਦੀ ਗਿਣਤੀ 'ਚ ਬੱਚੇ ਆਏ। ਤੁਸੀਂ ਰਸ਼ ਦੇਖ ਲਓ ਅੱਜ ਕਿੰਨਾ ਰਸ਼ ਆ। ਹੁਣ ਸ਼ਾਮ ਤੱਕ ਅਸੀਂ ਤੁਹਾਨੂੰ ਇਹਦੀ ਗਿਣਤੀ ਦੱਸਾਂਗੇ ਐਗਜ਼ੈਕਟਲੀ ਵੀ ਕਿੰਨੇ ਬੱਚੇ ਜਿਹੜੇ ਫੁੱਟਬਾਲ ਹੋਈ ਆ ਤੇ ਕਿੰਨੇ ਬੱਚੇ ਦੀ ਸਿਲੈਕਸ਼ਨ ਹੋਈ ਆ। ਰੂਪਨਗਰ ਦੀ ਸਰਕਾਰੀ ITI ਵਿਖੇ ਪੰਜਾਬ ਸਰਕਾਰ ਵੱਲੋਂ ਲਗਾਏ ਰੋਜ਼ਗਾਰ ਮੇਲੇ ਵਿੱਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਹਾਸੋਹੀਣ ਬਣ ਗਈ, ਜਦੋਂ ਅਧਿਆਪਕ ਕਾਰਜ ਨਿਭਾਉਣ ਦੀਆਂ ਉੱਚ ਯੋਗਤਾਵਾਂ ਰੱਖਦੇ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ B.Ed ਟੈਟ ਪਾਸ ਅਧਿਆਪਕ ਆਪਣੀਆਂ ਮੰਗਾਂ ਨਾਲ ਸੰਬੰਧਿਤ ਚਾਰਟ ਬੈਨਰ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਰੋਜ਼ਗਾਰ ਮੇਲੇ ਵਿੱਚ ਦਾਖਲ ਹੋ ਗਏ। ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ B.Ed ਟੈਟ ਪਾਸ ਅਧਿਆਪਕ ਨੇ ਕਿਹਾ ਕਿ ਘਰ ਘਰ ਰੁਜ਼ਗਾਰ ਦਾ ਵਾਅਦਾ ਕਰਕੇ ਸੱਤਾ ਉੱਪਰ ਕਾਬਜ਼ ਹੋਈ ਕਾਂਗਰਸ ਸਰਕਾਰ ਲੋੜਵੰਦ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਤੋਂ ਨਾਕਾਮ ਹੋ ਚੁੱਕੀ ਹੈ। ਨੌਕਰੀ ਕਿੱਥੇ ਸਰ? ਇਹ ਤਾਂ ਸ਼ੋਸ਼ਣ ਕਰਦੀ ਆ, ਰੁਜ਼ਗਾਰ ਦੇ ਨਾਲ ਆਪਾਂ ਡਰਾਮੇ ਕਰਦੀ ਆ। 7700 ਰੁਪਇਆ ਕਹਿੰਦੇ ਦਵਾਂਗੇ ਅਸੀਂ, ਮਤਲਬ ਇਹ 256 ਰੁਪਏ ਦਿਹਾੜੀ ਪਰ ਪੈਂਦੀ ਪਰ ਇੱਕ ਬੰਦੇ ਨੂੰ ਪੜ੍ਹੇ ਲਿਖੇ ਨੂੰ ਇਹਦੇ ਰੁਜ਼ਗਾਰ ਮਿਲੇ ਦੇ ਅਕੋਰਡਿੰਗ ਪੈਂਦੀ ਆ। 400 ਰੁਪਇਆ ਤਾਂ ਬੰਦਾ ਮਜ਼ਦੂਰ ਲੈ ਰਿਹਾ। ਇਹ ਸ਼ੋਸ਼ਣ ਕਰਦੇ ਆ, ਹੋਰ ਕੁਛ ਨਹੀਂ ਕਰਦੇ ਹੈਗੇ, ਡਰਾਮਾਬਾਜ਼ੀ ਆ। ਜਦੋਂ ਕੈਪਟਨ ਸਰਕਾਰ ਹੋਂਦ ਵਿੱਚ ਆਈ ਦੀ ਉਹਨੇ ਕਿਹਾ ਵੀ ਘਰ ਘਰ ਨੌਕਰੀ ਦਾ ਵਾਅਦਾ ਦੇਵਾਂਗੇ, ਨੌਕਰੀ ਦੇ ਵਾਅਦੇ ਬੂਦੇ ਦਾ ਭੁੱਲ ਗਏ। ਠੀਕ ਨਹੀਂ, ਇਹ ਤਾਂ ਇੰਜ ਕਹਿ ਰਹੇ ਆ ਵੀ ਅਸੀਂ ਇਹਨੂੰ ਲੁੱਟ ਕੇ ਖਾ ਲਈਏ। ਇੱਥੇ ਵੀ ਮਤਲਬ ਇੱਕ ਡਰਾਮਾ ਕਰਦੇ ਆ, ਕੁਛ ਨਹੀਂ ਹੈਗੇ। ਬਹੁਤ ਸਾਰੇ ਸਟੂਡੈਂਟਾਂ ਨਾਲ ਅਸੀਂ ਗੱਲ ਕਰੀਏ, ਸਾਡੇ ਨਾਲ ਸਾਥੀ ਆ, ਠੀਕ ਆ, ਅਸੀਂ ਵੀ ਜਾ ਕੇ ਦੇਖਿਆ, ਕੁਛ ਨਹੀਂ ਹੈਗੇ। ਬਸ ਲਾਰਾ ਲਾ ਕੇ ਮੋੜ ਦਿੰਦੇ ਆ। ਕਹਿੰਦੇ ਮਤਲਬ 7700 ਦੀ ਨੌਕਰੀ ਕਰੋ, 400 ਰੁਪਏ ਦਾ ਦਿਹਾੜੀਦਾਰ ਲੈ ਲੈਂਦਾ ਸਰ। ਠੀਕ ਨਹੀਂ, ਵਿਰੋਧ ਕਿੱਦਾਂ ਰਹੂਗਾ ਇਲੈਕਸ਼ਨ? ਸਰ ਸਾਡਾ ਵਿਰੋਧ ਚੱਲ ਰਿਹਾ 8 ਮਹੀਨੇ ਤੋਂ। ਅਸੀਂ ਸਿੰਗਲੇ ਦੀ ਕੋਠੀ ਅੱਗੇ ਬੈਠੇ ਆ। ਉਹਨੂੰ ਗਾਲ ਮੰਤਰੀ ਕਹਿੰਦੇ, ਗਾਲਾਂ ਕੱਢਦਾ, ਕੋਈ ਸੁਣਵਾਈ ਨਹੀਂ ਕਰਦਾ। ਉਸ ਤੋਂ ਬਾਅਦ ਸਾਡਾ ਇੱਕ ਸਾਥੀ ਮਨੀਸ਼ ਫਾਜ਼ਿਲਕਾ ਮਤਲਬ 21 ਤੋਂ ਟੈਂਕੀ ਪਰ ਚੜਿਆ ਹੋਇਆ। ਤੇ ਉਸ ਚੋਣਾਂ ਨੂੰ ਲੈ ਕੇ ਕਿੱਦਾਂ ਵਿਰੋਧ ਰਹੂਗਾ? ਚੋਣਾਂ 'ਚ ਸਰ ਜਿਹੜਾ ਪੜ੍ਹਿਆ ਲਿਖਿਆ ਹਰ ਐਜੂਕੇਟਡ ਆ ਉਹ ਮਤਲਬ ਇਹਨਾਂ ਨੂੰ ਵੋਟ ਨਹੀਂ ਪਾਊਗਾ। ਆਂਗਣਵਾੜੀ ਉਹ ਧਰਨੇ ਪਰ ਬੈਠੇ ਆ। ਠੀਕ ਨਹੀਂ, ਸੰਗਰੂਰ ਅਤੇ ਪਟਿਆਲਾ ਧਰਨਿਆਂ ਦਾ ਗੜ੍ਹ ਬਣ ਚੁੱਕਿਆ। ਠੀਕ ਨਹੀਂ, ਇਹ ਮਤਲਬ ਰੋਪੜ ਸ਼ਹਿਰ ਵੀ ਧਰਨੇ ਦਾ ਗੜ੍ਹ ਬਣ ਜਾ ਰਿਹਾ। 'ਚ ਕੋਈ ਦੋ ਰਾਮਾਂ ਨਹੀਂ ਹੈਗੀਆਂ। ਇਸ ਕਰਕੇ ਸਾਡੀ ਬੇਨਤੀ ਸਰਕਾਰ ਨੂੰ ਇਹ ਆ ਵੀ ਜਿਹੜੀਆਂ SST ਪੰਜਾਬੀ ਹਿੰਦੀ ਦੀਆਂ ਜਲਦੀ ਤੋਂ ਜਲਦੀ ਪੋਸਟਾਂ ਜਾਰੀ ਕਰੋ। ਠੀਕ ਨਹੀਂ, ਤੁਸੀਂ ਘਰ ਘਰ ਨੌਕਰੀ ਦਾ ਵਾਅਦਾ ਕਰਿਆ ਦਾ, ਨੌਕਰੀ ਦੇ ਵਾਅਦੇ ਕਿੱਥੇ ਗਏ ਤੁਸੀਂ? ਲੋਕਾਂ ਨੇ ਤੁਹਾਡੇ ਕੋਲੋਂ ਸਵਾਲ ਪੁੱਛਣੇ ਆ ਵੀ ਤੁਸੀਂ ਜਦੋਂ ਤੁਹਾਡੀ ਸਰਕਾਰ ਹੋਂਦ 'ਚ ਆਈ ਸੀ ਤੁਸੀਂ ਕਿਹਾ ਘਰ ਘਰ ਨੌਕਰੀ, ਚੰਗੀਆਂ ਸਿਹਤ ਸਹੂਲਤਾਂ। ਨਾ ਉਰੇ ਚੰਗੀਆਂ ਸਿਹਤ ਸਹੂਲਤਾਂ, ਨਾ ਉਰੇ ਨੌਕਰੀ ਆ। ਪੜ੍ਹਿਆ ਲਿਖਿਆ ਮਤਲਬ ਇੱਕ ਨਹੱਥੇ ਮਤਲਬ ਮੁਰਝਾਏ ਹੋਏ ਚਿਹਰੇ ਮਤਲਬ ਸੜਕਾਂ ਪਰ ਰੋੜ ਰਿਹਾ, ਕੋਈ ਸੁਣਵਾਈ ਨਹੀਂ ਹੈਗੀ। ਇਸ ਕਰਕੇ ਸਰਕਾਰ ਨੂੰ ਸਾਡੀ ਮੰਗ ਆ ਵੀ ਸਾਡੀਆਂ SST ਪੰਜਾਬੀ ਹਿੰਦੀ ਦੀਆਂ ਮਤਲਬ 9000 ਪੋਸਟਾਂ ਜਲਦੀ ਇਸ਼ਤਿਹਾਰ ਹੋ। ਜਿਹੜੀ ਡਰਾਮੇਬਾਜ਼ੀ ਕਰਦੀ ਆ, ਜਿਹੜੀ ਉਰੇ ਪ੍ਰਾਈਵੇਟ ਕੰਪਨੀ ਨੂੰ ਬੁਲਾਉਂਦੇ ਆ, ਇਹਦੇ ਨਾਲ ਤਾਂ ਇੱਥੇ ਮਤਲਬ ਸਰਕਾਰੀ ਨੌਕਰੀਆਂ ਕੱਢੋ, ਸਰਕਾਰੀ ਜੌਬ ਦੇਣ, ਲੋਕਾਂ ਨੂੰ ਰੁਜ਼ਗਾਰ ਮਿਲੇ। ਠੀਕ ਨਹੀਂ, ਲੋਕਾਂ ਦੇ ਜਿਹੜੇ ਸੀਨੇ ਬਲੂੰਦਰੇ ਪਏ ਆ, ਮਾਂ ਬਾਪ ਬਜ਼ੁਰਗ ਆ, ਠੀਕ ਨਹੀਂ, ਉਹ ਆਪਣੇ ਧੀਆਂ ਪੁੱਤਾਂ ਰੁਜ਼ਗਾਰ ਵੱਲ ਦੇਖਦੇ। ਲੋਕਾਂ ਦੇ ਚੁੱਲ੍ਹਿਆਂ ਦੀ ਅੱਗ ਬੁਝ ਚੱਲੀ ਆ। ਮੈਂ ਖਾਸ ਕਰਕੇ ਚਰਨਜੀਤ ਸਿੰਘ ਰੁਜ਼ਗਾਰ ਮੰਤਰੀ ਨੂੰ ਇਹ ਬੇਨਤੀ ਕਰਦਾ ਵੀ ਮੰਤਰੀ ਸਾਹਿਬ ਜਾਗ ਜੋ, ਹਜੇ ਵੀ ਕੁਝ ਨਹੀਂ ਵਿਗੜਿਆ। ਲੋਕਾਂ ਦੇ ਘਰ ਘਰ ਰੁਜ਼ਗਾਰ ਦਾ ਵਾਅਦਾ ਕਰਿਆ ਤਾਂ ਉਹਨੂੰ ਰੁਜ਼ਗਾਰ ਦੇ ਵਾਅਦੇ ਨੂੰ ਪੂਰਾ ਕਰੋ। ਠੀਕ ਨਹੀਂ, ਇਸ ਤਰ੍ਹਾਂ ਸਰਕਾਰਾਂ ਨਹੀਂ ਚੱਲਦੀਆਂ, ਲੋਕਾਂ ਦੀ ਆਵਾਜ਼ ਨਹੀਂ ਦਬਾਈ ਜਾ ਸਕਦੀ। ਅਸੀਂ ਕੱਲ ਤੋਂ ਮਤਲਬ ਮੰਗ ਪੱਤਰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਕੱਲ ਕਹਿੰਦੇ ਹੁਣ ਨਹੀਂ ਮਤਲਬ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨ ਵਿਰੋਧੀ 3 ਕਾਲੇ ਕਾਨੂੰਨਾਂ ਖਿਲਾਫ 17 ਸਤੰਬਰ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਦਿੱਲੀ ਵਿਖੇ ਸੰਸਦ ਤੇ ਕੀਤੇ ਜਾ ਰਹੇ ਘਿਰਾਓ ਨੂੰ ਲੈ ਕੇ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਉਮੀਦਵਾਰ ਅਤੇ ਸਾਬਕਾ ਪਾਰਲੀਮੈਂਟਰੀ ਸੈਕਟਰੀ ਹਰਮੀਤ ਸਿੰਘ ਸੰਧੂ ਦੀ ਅਗਵਾਈ ਹੇਠ ਕਸਬਾ ਝਬਾਲ ਦੇ ਗੁਰਦੁਆਰਾ ਮਾਈ ਭਾਗੋ ਜੀ ਤੋਂ ਅਰਦਾਸ ਬੇਨਤੀਆਂ ਉਪਰੰਤ ਸੈਂਕੜੇ ਗੱਡੀਆਂ ਦਾ ਕਾਫਲਾ ਦਿੱਲੀ ਲਈ ਰਵਾਨਾ ਹੋਇਆ।
ਇਸ ਮੌਕੇ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਸਰਕਾਰ 17 ਸਤੰਬਰ 2020 ਨੂੰ ਇਹ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕੀਤੇ ਸਨ ਅਤੇ 20 ਸਤੰਬਰ ਨੂੰ ਰਾਜ ਸਭਾ ਵਿੱਚ ਧੱਕੇ ਨਾਲ ਪਾਸ ਕਰਵਾਏ ਗਏ ਸਨ, ਜੋ ਸ਼੍ਰੋਮਣੀ ਅਕਾਲੀ ਦਲ 17 ਸਤੰਬਰ ਨੂੰ ਕਾਲੇ ਕਾਨੂੰਨਾਂ ਖਿਲਾਫ ਦਿੱਲੀ ਵਿਖੇ ਰੋਸ ਪ੍ਰਦਰਸ਼ਨ ਕਰ ਸੰਸਦ ਦਾ ਘਿਰਾਓ ਕਰਨਗੇ। ਪਾਰਟੀ ਸੁਪਰੀਮੋ ਸਾ ਸੁਖਬੀਰ ਸਿੰਘ ਜੀ ਬਾਦਲ ਦੇ ਹੁਕਮਾਂ ਅਨੁਸਾਰ ਜਿਹੜੇ ਕਾਲੇ ਕਾਨੂੰਨ 17 ਤਰੀਕ 2020 ਦੇ ਵਿੱਚ ਸਤੰਬਰ ਦੇ ਵਿੱਚ ਲਾਗੂ ਕੀਤੇ ਸੀ ਲੋਕ ਸਭਾ ਦੇ ਵਿੱਚ ਤੇ 20 ਸਤੰਬਰ ਨੂੰ ਉਹ ਰਾਜ ਸਭਾ 'ਚ ਪਾਸ ਕੀਤੇ। ਉਸ ਤੋਂ ਉਪਰੰਤ 27 ਤਰੀਕ ਨੂੰ ਰਾਸ਼ਟਰਪਤੀ ਨੇ ਉਹਦੇ ਤੇ ਸਾਈਨ ਕੀਤੇ। ਉਹ ਕਾਲੇ ਕਾਨੂੰਨਾਂ ਦੇ ਤਹਿਤ ਅੱਜ ਕੱਲ੍ਹ ਨੂੰ ਅਸੀਂ ਗੁਰਦੁਆਰਾ ਸਾਹਿਬ ਰਕਾਬਗੰਜ ਸਾਹਿਬ ਉੱਥੋਂ ਅਸੀਂ ਬਹੁਤ ਵੱਡਾ ਕਾਫਲਾ ਲੈ ਕੇ ਤੇ ਪਾਰਲੀਮੈਂਟ ਘੇਰਨ ਜਾ ਰਹੇ ਹਾਂ, ਜਿੱਥੇ ਇਹ ਕਾਲੇ ਕਾਨੂੰਨ ਜਿਹੜੇ ਆ ਉੱਥੇ ਪਾਸ ਹੋਏ ਸੀਗੇ। ਸੋ ਅਸੀਂ ਸਾਰੇ ਅੱਜ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦਾ ਤਤਪਰ ਆ, ਇਹ ਹੁਣ ਨਹੀਂ ਤਕਰੀਬਨ ਸਾਲ ਡੇਢ ਸਾਲ ਤੋਂ ਹੀ ਜਿਹੜੇ ਸਾਡੇ ਸਰਪੰਚ ਸਾਹਿਬਾਨ, ਸਾਡੇ ਇਸ ਇਲਾਕੇ ਦੇ ਮੈਂਬਰ ਸਾਹਿਬਾਨ ਜਿੰਨੇ ਵੀ ਸਾਰੇ ਦਿੱਲੀ ਜਾ ਕੇ ਮੋਰਚੇ ਦੇ ਵਿੱਚ ਜਾ ਕੇ ਹਾਜ਼ਰੀਆਂ ਭਰੀਆਂ, ਉੱਥੇ ਆਪਣਾ ਫਰਜ਼ ਨਿਭਾਇਆ। ਔਰ ਅੱਜ ਵੀ ਅਸੀਂ 16 ਤਰੀਕ ਨੂੰ ਇੱਥੋਂ ਰਵਾਨਾ ਹੋ ਰਹੇ, ਬਹੁਤ ਵੱਡਾ ਜਥਾ ਰਵਾਨਾ, ਤੁਸੀਂ ਦੇਖੋਗੇ ਬਹੁਤ ਵੱਡਾ ਜਥਾ ਰਵਾਨਾ ਹੋ ਰਿਹਾ। ਔਰ ਇਹ ਜਿਹੜੇ ਕਾਲੇ ਕਾਨੂੰਨਾਂ ਉੱਥੇ ਜਾ ਕੇ ਬਿੱਲ ਵੀ ਸਾੜਾਂਗੇ ਔਰ ਪਾਰਲੀਮੈਂਟ ਵੀ ਘੇਰਾਂਗੇ, ਜਿੱਥੇ ਕਿ ਇਹ ਜਿਹੜੀ ਸੈਂਟਰ ਦੀ ਸਰਕਾਰ ਨੇ ਜਿਹੜਾ ਪਾਸ ਕੀਤੇ ਆ ਉਹਦੇ ਬਰਖਲਾਫ ਅਸੀਂ ਅੱਜ ਬਹੁਤ ਵੱਡੀ ਮੁਹਿੰਮ ਨਾਲ ਉੱਥੇ ਜਾ ਰਹੇ ਹਾਂ। 2022 ਵਿਧਾਨ ਸਭਾ ਚੋਣਾਂ ਲਈ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ 18 ਹੋਲ ਹਲਕਾ ਇੰਚਾਰਜਾਂ ਦੀ ਲਿਸਟ ਜਾਰੀ ਕੀਤੀ ਗਈ ਹੈ, ਜਿਸ ਵਿੱਚ ਖੰਨਾ ਤੋਂ ਤਰਨਪ੍ਰੀਤ ਸਿੰਘ ਸੋਨ ਨੂੰ ਖੰਨਾ ਤੋਂ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਲਗਾਇਆ ਗਿਆ। ਤਰਨਪ੍ਰੀਤ ਸਿੰਘ ਸੋਨ ਨੇ ਪਾਰਟੀ ਦਾ ਧੰਨਵਾਦ ਕਰਦੇ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਦਾ ਮਾਣ ਸਨਮਾਨ ਕਰਦੇ ਹੋਏ ਵੱਡੀ ਜ਼ਿੰਮੇਵਾਰੀ ਸੰਭਾਲੀ ਗਈ ਹੈ। ਉਹਨਾਂ ਦਾ ਮੁੱਖ ਮੰਤਵ ਪਾਰਟੀ ਦੇ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਾ ਹੈ ਅਤੇ ਸ਼ਹਿਰ ਦਾ ਸੁਧਾਰ ਵੀ ਕਰਨਾ ਹੈ। ਪਾਰਟੀ ਦੇ ਵਰਕਰਾਂ ਨੇ ਵੀ ਤਰਨਪ੍ਰੀਤ ਸਿੰਘ ਸੋਨ ਨੂੰ ਹਲਕਾ ਇੰਚਾਰਜ ਲਗਾਉਣ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਉਹਨਾਂ ਦੀ ਇਮਾਨਦਾਰੀ ਅਤੇ ਲਗਨ ਦੇਖ ਕੇ ਉਹਨਾਂ ਨੂੰ ਮਾਣ ਬਖਸ਼ਿਆ ਹੈ ਤੇ ਆਉਣ ਵਾਲੀ 2022 ਦੀਆਂ ਚੋਣਾਂ ਵਿੱਚ ਪਾਰਟੀ ਚੰਗੀ ਕਾਰਗੁਜ਼ਾਰੀ ਕਰੇਗੀ। ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਡੇ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਮੈਂ ਕਹਿੰਦਾ ਜੀ ਇਹ ਕੱਲੀ ਆਮ ਆਦਮੀ ਪਾਰਟੀ ਹੈ, ਇਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜਿਨ੍ਹਾਂ ਨੇ ਸਾਡੀ ਮਿਹਨਤ ਨੂੰ ਦੇਖਦੇ ਹੋਏ ਇੱਕ ਆਮ ਸਧਾਰਨ ਘਰ ਦੇ ਵਿੱਚ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ। ਔਰ ਅਸੀਂ ਉਰੋਂ ਵਾਅਦਾ ਕਰਦੇ ਹਾਂ ਪੂਰੇ ਖੰਨਾ ਵਾਸੀਆਂ ਦੇ ਨਾਲ, ਕਿਉਂਕਿ ਖੰਨਾ ਮੇਰਾ ਆਪਣਾ ਸ਼ਹਿਰ ਹੈ, ਮੈਂ ਉਰੇ ਦਾ ਜੰਮਪਲ ਹਾਂ, ਉਰੇ ਜੰਮਿਆ, ਉਰੇ ਪਲਿਆ, ਇਹਨਾਂ ਗਲੀਆਂ 'ਚ ਖੇਲ ਕੇ ਬਚਪਨ ਗੁਜ਼ਾਰਿਆ। ਤਾਂ ਮੇਰਾ ਇੱਕੋ ਬਸ ਵੱਡਾ ਮੋਟਿਵ ਹੈ ਕਿ ਸਾਰੇ ਖੰਨੇ ਨੂੰ ਨਾਲ ਲੈ ਕੇ ਚੱਲਣਾ, ਸਾਰੇ ਖੰਨੇ ਦੇ ਨਾਲ ਚੱਲਣਾ ਤੇ ਖੰਨੇ ਦਾ ਸੁਧਾਰ ਕਰਨਾ, ਇਹਨੂੰ ਇੱਕ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਣਾ, ਇਹ ਮੁੱਖ ਮੋਟਿਵ ਰਹੂਗਾ ਜੀ। ਤੇ ਮੈਂ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਤੇ ਪਾਰਟੀ ਦੀ ਮਜ਼ਬੂਤੀ ਲਈ ਹੋਰ ਤੁਹਾਡੀ ਕਿੱਦਾਂ ਦੀ ਜਿਹੜੀ ਹੈਗੀ ਪਹਿਲ ਰਹੂਗੀ, ਕਿਉਂਕਿ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਤੁਸੀਂ ਕਿੱਦਾਂ ਦੀ ਸੋਚ ਰਹੇ ਹੋ? ਦੇਖੋ, ਸਾਡਾ ਸਭ ਤੋਂ ਵੱਡੀ ਗੱਲ ਇਹ ਹੈ ਜੀ, ਇਸ ਵਾਰ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਦੇਖਣ ਨੂੰ ਮਿਲ ਰਿਹਾ ਆਮ ਆਦਮੀ ਪਾਰਟੀ ਪ੍ਰਤੀ। ਪਿੰਡਾਂ ਦੇ ਵਿੱਚ, ਸ਼ਹਿਰ ਦੇ ਵਿੱਚ ਲੋਕ ਇੰਨੇ ਕੁ ਤਿਆਰ ਬੈਠੇ ਨੇ, ਕਿਉਂਕਿ ਇਹ ਦੋਨੋਂ ਰਵਾਇਤੀ ਪਾਰਟੀਆਂ ਤੋਂ ਲੋਕ ਅੱਕੇ ਦੱਦੇ ਬੈਠੇ ਨੇ। ਕਿਉਂਕਿ ਹੁਣ ਤੱਕ ਇਹਨਾਂ ਦੀਆਂ ਜੋ ਨੀਤੀਆਂ ਸੀ ਇਹ ਸਾਰੀਆਂ, ਜਾਣੀ ਕਿ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ, ਸਾਰੀਆਂ ਨੀਤੀਆਂ ਆਲਰੇਡੀ ਜਿਹਨੂੰ ਕਹਿੰਦੇ ਆ ਮਤਲਬ ਲੋਕਾਂ ਦੇ ਅੱਗੇ ਬਿਲਕੁਲ ਕਲੀਅਰ ਨੇ ਵੀ ਇਹਨਾਂ ਨੇ ਹੁਣ ਤੱਕ ਕਿਵੇਂ ਸ਼ਹਿਰ ਨੂੰ ਤੇ ਕਿਵੇਂ ਸਾਡੇ ਸਮਾਜ ਨੂੰ ਕਿਵੇਂ ਲੁੱਟਿਆ। ਤੇ ਹੁਣ ਲੋਕ ਇਸ ਵਾਰ ਬੜੇ ਅੰਦਰੋਂ ਬਦਲੇ ਬੈਠੇ ਨੇ ਜੀ, ਤੇ ਲੋਕ ਤਿਆਰੀ 'ਚ ਨੇ। ਬਹੁਤ ਲੋਕਾਂ ਨੇ ਇਸ ਵਾਰ ਸਪੋਰਟ ਦੇਣੀ ਔਰ ਆਪਣੀ ਬਲੇਸਿੰਗਸ ਦੇਣੀ ਹੈ ਜੀ ਲੋਕਾਂ ਨੇ। ਇਹਨਾਂ ਨੇ ਜੋ ਕੰਮ ਕੀਤਾ ਤਰਨਪ੍ਰੀਤ ਸੌਂਦ ਨੇ ਕਈ ਸਾਲਾਂ ਤੋਂ ਲਗਾਤਾਰ, ਉਹਦਾ ਰਿਸਪੌਂਸ ਸ਼ਹਿਰ ਤੋਂ ਜੋ ਸਰਵੇ ਹੋਇਆ, ਉਹ ਸਰਵੇ ਦੇ ਮੁਤਾਬਕ ਜੋ ਮੈਂ ਸਮਝਦਾ ਵੀ ਅਸਲੀਅਤ ਆ ਜਿਹੜੀ ਉਹ ਬਿਲਕੁਲ ਤੱਕੜੀ ਨੂੰ ਐ ਬਿਲਕੁਲ ਤੋਲ ਕੇ ਜਿਹੜੀ ਟਿਕਟ ਦਿੱਤੀ ਗਈ ਹੈ। ਔਰ ਸ਼ਹਿਰ ਦੇ ਵਾਸੀਆਂ ਨੇ ਜੋ ਇਹਦੇ ਬਾਰੇ ਦੱਸਿਆ ਗਿਆ ਉਹ ਟੀਮ ਨੂੰ, ਤਾਂ ਉਹ ਮੈਂ ਕਹਿੰਦਾ ਵੀ ਸਹੀ ਦੱਸਿਆ ਬਿਲਕੁਲ। ਸ਼ਹਿਰ ਵਾਸੀ ਚਾਹੁੰਦੇ ਨੇ, ਚਾਹੇ ਉਹ ਕਾਂਗਰਸੀ ਆ, ਚਾਹੇ ਉਹ ਅਕਾਲੀ ਆ, ਚਾਹੇ ਉਹ ਬੀਜੇਪੀ, ਕੋਈ ਵੀ ਵਰਗ ਹੈ, ਉਹ ਸਾਰਾ ਵਰਗ ਇਹ ਚਾਹੁੰਦਾ ਕਿ ਆਮ ਪਾਰਟੀ ਨੂੰ ਅਸੀਂ ਇਸਕੀ ਮੌਕਾ ਦੇਣਾ, ਕਿਉਂਕਿ ਬਾਕੀ ਰਵਾਇਤੀ ਪਾਰਟੀਆਂ ਅਸੀਂ ਪਹਿਲਾਂ ਦੇ ਚੁੱਕੇ ਹਾਂ 74 ਸਾਲ ਦੇ ਵਿੱਚ ਜੋ ਹਾਲ ਸਾਡਾ ਹੈ ਉਹ ਸਾਰੇ ਲੋਕ ਜਾਣਦੇ ਨੇ। ਇਸ ਕਰਕੇ ਸਾਡੀ ਕਾਂਗਰਸ ਨਾਲ ਵੀ ਗੱਲ ਹੋਈ ਹੈ, ਦੂਜਿਆਂ ਨਾਲ ਵੀ ਗੱਲ ਹੋਈ ਹੈ, ਉਹ ਕਹਿੰਦੇ ਐਤਕੀ ਮੌਕਾ 100% ਦੇਵਾਂਗੇ।
ਫੰਡ ਵੀ ਦਿਆਂਗੇ ਔਰ ਤੁਹਾਨੂੰ ਵੋਟ ਵੀ ਪਾਵਾਂਗੇ, ਸਪੋਰਟ ਵੀ ਕਰਾਂਗੇ। ਇਹ ਸ਼ਹਿਰ ਦੇ ਔਰ ਪਿੰਡਾਂ ਦੇ ਲੋਕਾਂ ਦੀ ਆਵਾਜ਼ ਆ ਕਿ ਅਸੀਂ ਤੁਹਾਡੇ ਆਮ ਪਾਰਟੀ ਦੇ ਨਾਲ ਹੈ। ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਡੋਡਾਵਾਲੀ ਨੇ ਗ੍ਰੰਥੀ ਨੇ ਗੁਰਦੁਆਰਾ ਸਾਹਿਬ ਸ਼੍ਰੀ ਦੀ ਗੋਲਕ ਚੋਂ ਮਾਇਆ ਚੋਰੀ ਕੀਤੀ ਤੇ ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੁਲਿਸ ਨੇ ਗ੍ਰੰਥੀ ਸਿੰਘ ਅਤੇ ਉਸਦੇ ਬੇਟੇ ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼੍ਰੀ ਮੁਕਤਸਰ ਸਾਹਿਬ ਦੇ ਥਾਣਾ ਬਰੀਵਾਲਾ ਦੀ ਪੁਲਿਸ ਨੇ ਪਿੰਡ ਡੋਡਾਵਾਲੀ ਵਾਸੀ ਇੱਕ ਵਿਅਕਤੀ ਦੇ ਬਿਆਨਾਂ ਦੇ ਆਧਾਰ ਤੇ ਗੁਰਦੁਆਰਾ ਰਾਮਸਰ ਸਾਹਿਬ ਦੇ ਗ੍ਰੰਥੀ ਅਤੇ ਉਸਦੇ ਬੇਟੇ ਤੇ ਮਾਮਲਾ ਦਰਜ ਕੀਤਾ। ਇਹ ਜੀ ਗ੍ਰੰਥੀ ਸੀਗਾ ਗੁਰਮੀਤ ਸਿੰਘ ਅਤੇ ਉਹਦਾ ਲੜਕਾ ਹਰਜੀਤ ਸਿੰਘ। ਇਹ ਜੀ ਗੋਲਕ ਚੋਂ ਇਹਨਾਂ ਨੇ ਕੁਝ ਨਗਦੀ ਚੋਰੀ ਕੀਤੀ ਹੈ ਪਿੰਡ ਬਾਹਮਣਵਾਲਾ ਦਾ ਗੁਰਦੁਆਰਾ ਸਾਹਿਬ ਤੋਂ ਜੀ। ਹਾਂਜੀ, ਕਿੰਨੀ ਨਗਦੀ ਚੋਰੀ ਕੀਤੀ ਹੈ ਜਿਹੜੀ ਨਗਦੀ ਚੋਰੀ ਇਹ ਕਰੀਬ ਜਿਹੜੀ 15,000 ਦੇ ਕਰੀਬ ਨਗਦੀ ਚੋਰੀ ਕੀਤੀ ਗਈ। ਸਰ ਇੱਕੋ ਟਾਈਮ ਚੋਰੀ ਕਿ ਲਗਾਤਾਰ ਇਹ ਤਾਂ ਕੋਈ ਸਮਾਂ ਪਾ ਕੇ ਚੋਰੀ ਕੀਤੀ ਜਾ ਰਹੀ ਹੈ? ਇਹ ਪਹਿਲਾਂ ਜੀ ਜਿਹੜਾ ਵੀਡੀਓਗ੍ਰਾਫੀ ਆਈ ਹੈ ਪਲੱਸ ਪਿੰਡ ਵਾਲਿਆਂ ਦੇ ਬਿਆਨ ਹੈ, ਪਿੰਡ ਵਾਲਿਆਂ ਨੇ ਪੜਤਾਲ ਕਰਕੇ ਦੱਸਿਆ ਵੀ ਇੱਕ ਪਹਿਲਾਂ ਉਹਦਾ ਬੇਟਾ ਚੋਰੀ ਕਰਦਾ ਹੈ, ਫਿਰ ਕਿ ਗ੍ਰੰਥੀ ਖੁਦ ਚੋਰੀ ਕਰਦਾ ਹੈ। FIR ਕਿੰਨੇ ਬੰਦੇ ਦੀ? ਇਹ 99 ਨੰਬਰ FIR ਹੈ। ਗ੍ਰੰਥੀ ਗੁਰਮੀਤ ਸਿੰਘ ਅਤੇ ਉਸਦੇ ਲੜਕੇ ਹਰਜੀਤ ਸਿੰਘ ਤੇ ਦਰਜ ਕੀਤੀ। ਕਿਹੜੀਆਂ ਧਾਰਾਵਾਂ? ਇਹ ਜੀ FIR ਅੰਡਰ ਸੈਕਸ਼ਨ 455 380 IPC ਦੇ ਤਹਿਤ ਦਰਜ ਕੀਤਾ ਗਿਆ ਜੀ। ਜਾਂਦੇ ਜਾਂਦੇ ਚੋਣਵੀਆਂ ਖਬਰਾਂ ਇੱਕ ਵਾਰ ਫੇਰ ਤੋਂ। ਗੁਰਦੁਆਰਾ ਸ਼੍ਰੀ ਕੇਸਗੜ੍ਹ ਸਾਹਿਬ ਚੋਰੀ ਘਟਨਾ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਰੋਸ ਪ੍ਰਗਟ। ਦਿੱਲੀ ਵਿਖੇ ਹੋਣ ਵਾਲੇ ਪ੍ਰਦਰਸ਼ਨ ਲਈ ਸ਼੍ਰੋਮਣੀ ਅਕਾਲੀ ਦਲ ਦਾ ਜਥਾ ਪੰਜਾਬ ਦੀਆਂ ਜਗ੍ਹਾ ਤੋਂ ਹੋਇਆ ਰਵਾਨਾ। ਨਾਭਾ 'ਚ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਤੇ ਹੋਇਆ ਜਾਨਲੇਵਾ ਹਮਲਾ, ਚੱਲੀਆਂ ਗੋਲੀਆਂ, ਇੱਕ ਜ਼ਖਮੀ। ਪੰਜਾਬ ਵਿੱਚ ਹਾਈ ਅਲਰਟ ਤੋਂ ਬਾਅਦ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਗਏ ਮਜ਼ਬੂਤ। ਅਤੇ ਅੰਮ੍ਰਿਤਸਰ ਦੇ ਸੀਮਾ ਖੇਤਰ 'ਚ 3 ਆਤੰਕਵਾਦੀ ਕੀਤੇ ਗ੍ਰਿਫਤਾਰ। ਦੋਸਤੋ, ਇਹ ਸਨ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।